ਉੱਚੀ ਉੱਚੀ ਉਹਨੇ ਰੌਲਾ ਪਾਇਆ ਸੀ, ਕਹਿੰਦਾ ਮੰਗੇਰੀ ਲਾਲ ਕੇ ਅਸੀਂ ਨਹੀਂ ਕਰਨੇ, ਕਹਿੰਦੇ ਇਹਨਾਂ ਤੋਂ ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਗੱਲਾਂ ਕਰਦੇ ਨੇ ਵੀ ਸਮਾਰਟ ਸਿਟੀ ਦੇ ਇੰਨੇ ਕਰੋੜ ਆ ਜਾਊਗਾ, ਇੰਨੇ 100 ਕਰੋੜ ਆ ਜਾਊਗਾ। ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪ੍ਰੋਜੈਕਟ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਰੇ ਦੇ ਸਾਰੇ ਹੀ ਜਿਹੜੇ ਨੇ ਇਸ ਸਮੇਂ ਬੰਦ ਪਏ ਹੋਏ ਨੇ। ਕਿਉਂ ਬੰਦ ਕਿਉਂ ਪਏ ਨੇ? ਕਿ ਦੋਹਰਾ ਵਿਵਹਾਰ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨਾਲ। ਪਰਲੇ ਪਾਸੇ ਵੱਡੇ ਵੱਡੇ ਦਾਅਵੇ ਕਰਨ ਵਾਲਾ ਜਿਹੜਾ ਕਿ ਆਪਦੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਕਹਿੰਦਾ ਸਿਮਰਜੀਤ ਸਿੰਘ ਬੈਂਸ, ਲੁਧਿਆਣੇ ਦੇ ਜਿਹੜੇ ਬਣੇ ਫਿਰਦੇ ਨੇ ਵੱਡੇ ਵੱਡੇ ਆਪਦੇ ਆਪ ਨੂੰ ਦਿੱਗਜ, ਉਹਨਾਂ ਦੇ ਕੰਨ ਤੇ ਜੂੰ ਨਹੀਂ ਸਕਦੀ। ਉਹ ਇਸ ਨੂੰ ਕੰਮ ਹੀ ਨਹੀਂ ਸਮਝਦੇ। 3 ਵੱਡੇ ਦਿੱਗਜ ਜਿਹੜੇ ਇੱਥੇ ਹੈਗੇ ਨੇ, ਹੁਣ ਤੁਸੀਂ ਉਹਨਾਂ ਦਾ ਮੁਕਾਬਲਾ ਕਰਨ ਜਾ ਰਹੇ ਹੋ। ਆਖਿਰ 4 ਸਾਲ ਛੁੱਟੇ ਸੀ ਕਿ ਧਾਲੀਵਾਲ ਸਾਹਿਬ? ਛੋਟੇ ਛੋਟੇ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡ ਨੇ ਉਹਨਾਂ ਦੇ ਉੱਤੇ ਵੀ ਅੰਡਰਪਾਸ ਬਣੇ। ਇਹ ਵਾਲੇ ਬਣਾਉਣ ਲੱਗੇ ਇਹਨਾਂ ਨੂੰ ਕੀ ਘਾਟ ਪੈਂਦੀ ਸੀ? ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ। ਹੁਣ ਤਾਂ 6 ਮਹੀਨੇ ਨੂੰ ਵੋਟਾਂ ਆਉਣ ਵਾਲੀਆਂ ਨੇ, ਸਰਕਾਰ ਆਉਣ ਵਾਲੀ ਹੈ, ਤੇ ਹੁਣ ਤਾਂ ਲੇਖਾ ਜੋਖਾ ਇਹਨਾਂ ਦਾ ਸਾਨੂੰ ਕਰਨਾ ਬਣਦਾ ਕਿ ਨਹੀਂ ਬਣਦਾ? ਜਾਂ ਰੇਲਵੇ ਦੇ ਕਿਸੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਆਖਿਰ ਇਹ ਪ੍ਰੋਜੈਕਟ ਦੇ ਵਿੱਚ ਕਿਹੜੀਆਂ ਕਮੀਆਂ ਆ ਗਈਆਂ ਜਾਂ ਕਿਹੜਾ ਪੈਸਾ ਜਿਹੜਾ ਉੱਥੇ ਤੱਕ ਨਹੀਂ ਪਹੁੰਚਿਆ, ਇਸ ਪ੍ਰੋਜੈਕਟ ਨੂੰ ਜਿਹੜਾ ਹੈ ਬਲੀ ਦਾ ਬੱਕਰਾ ਬਣਾਤਾ। ਜਿਹੜੇ ਬੰਦੇ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਨਾ, ਉਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ। ਲੋਕਾਂ ਨੂੰ ਕੰਮ ਚਾਹੀਦਾ, ਚਿੱਟਾ ਚੰਮ ਨਹੀਂ ਚਾਹੀਦਾ। ਲਾਲ ਡੈਰੀ 'ਚ ਵੀ ਨਾਮ ਲਿਖਿਆ ਜਾਊਗਾ ਕਿ ਨਹੀਂ ਲਿਖਿਆ ਜਾਊਗਾ ਸੁਖਬੀਰ ਬਾਦਲ ਸਾਹਿਬ ਦੀ, ਕਿ ਜਿਹੜੇ ਮੁਲਾਜ਼ਮ ਜਿਹੜੇ ਕਰਪਟ ਪਾਏ ਜਾਣਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊ? ਕਹਿੰਦਾ ਜੀ ਪਿਛਲੀ ਵਾਰੀ ਜੇਲ੍ਹ ਗਿਆ ਸੀ ਤਾਂ ਐਮਐਲਏ ਬਣ ਗਿਆ ਸੀ, ਐਤਕੀ ਜੇਲ੍ਹ ਜਾਊਗਾ ਤਾਂ ਮੁੱਖ ਮੰਤਰੀ ਬਣ ਜਾਊਗਾ। ਵੀ ਅਸੀਂ ਟੇਕ ਓਵਰ ਕਰ ਲਈਏ, ਉਹ ਸਾਨੂੰ ਹੈਂਡ ਓਵਰ ਕਰ ਦੇਣ। ਇੰਨੀ ਹਿੰਮਤ ਨਹੀਂ ਹੈ ਨਗਰ ਨਿਗਮ ਦੀ ਕਿ ਜੇ ਪੰਜਾਬ ਦਾ ਵਿਕਾਸ ਹੋਇਆ ਤੇ ਹੋਊਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਊਗਾ। ਇਸ ਤੋਂ ਬਿਨਾਂ ਪੰਜਾਬ ਦਾ ਵਿਕਾਸ ਨਾ ਹੋਇਆ ਤੇ ਨਾ ਹੋਣਾ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਕਾਂਗਰਸ ਸਰਕਾਰ ਦਾ ਵਿਧਾਇਕ ਹਰ ਕੋਈ ਕਹਿ ਰਿਹਾ ਹੈ ਕਿ ਮੈਂ ਇੰਨੇ ਕੁ ਡਿਵੈਲਪਮੈਂਟ ਕਰ ਦਿੱਤੇ ਨੇ ਕਿ ਹੁਣ 5 ਸਾਲ ਬਾਅਦ ਜਿਹੜੀ ਇਲੈਕਸ਼ਨ ਜਿਹੜੇ ਆਣੇ ਨੇ, 5 ਸਾਲ ਬਾਅਦ ਲੋਕ ਜਿਹੜੇ ਨੇ ਆਪਣੇ ਆਪ ਸਾਨੂੰ ਵੋਟਾਂ ਦੇ ਦੇਣਗੇ। 2022 ਦੀ ਗੱਲ ਕੀਤੀ ਜਾਵੇ ਤਾਂ 2022 ਦੇ ਇਲੈਕਸ਼ਨ ਜਿਹੜੇ ਨੇ ਸਿਰ ਤੇ ਆ ਖੜੇ ਹੋਏ ਨੇ ਤੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਕੀਤੇ ਜਾਂਦੇ ਨੇ ਲਗਾਤਾਰ। ਆਖਿਰ ਦਾਅਵਿਆਂ ਦੀ ਕੀ ਸੱਚਾਈ ਹੈ ਉਹ ਵੀ ਤੁਹਾਨੂੰ ਦੱਸਾਂਗੇ। ਇਹ ਅਸੀਂ ਜਿੱਥੇ ਖੜੇ ਹਾਂ ਗਿੱਲ ਹਲਕੇ ਦੇ ਵਿੱਚ ਖੜੇ ਹੋਏ ਹਾਂ। 3 ਵਿਧਾਇਕਾਂ ਨੂੰ ਜਿਹੜਾ ਹੈ ਇਹ ਏਰੀਆ ਪੈਂਦਾ। ਇੱਕ ਪੈਂਦਾ ਮੰਤਰੀ ਸਾਹਿਬ ਭਾਰਤ ਭੂਸ਼ਣ ਆਸ਼ੂ ਸਾਹਿਬ ਨੂੰ, ਇੱਕ ਪੈਂਦਾ ਵਾ ਕੁਲਦੀਪ ਵੈਦ ਜੀ ਨੂੰ, ਇੱਕ ਪੈਂਦਾ ਵਾ ਸਿਮਰਜੀਤ ਸਿੰਘ ਬੈਂਸ ਨੂੰ। ਗੱਲਬਾਤ ਕਰੇ ਤਨਵੀਰ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਹੈ। ਲੇਕਿਨ ਤੁਹਾਨੂੰ ਪਹਿਲੇ ਦੱਸ ਦਈਏ ਕਿ ਇੱਕ ਫਲਾਈਓਵਰ ਜਿਹੜਾ ਬਣਨਾ ਸੀਗਾ ਆਲਮਗੀਰ ਰੋਡ ਨੂੰ ਜਿਹੜਾ ਜਾਣਾ ਸੀਗਾ, ਇਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਜਿਹੜਾ ਪਾਸ ਹੋ ਗਿਆ ਸੀ। ਅੱਜ ਬਲੀ ਜਿਹੜੀ ਹੈ ਇਹਦੀ ਚੜੀ ਹੋਈ ਹੈ। ਗੱਲਬਾਤ ਕਰੇ ਤਨਵੀਰ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਵਿੱਚ। ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪ੍ਰੋਜੈਕਟ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਰੇ ਦੇ ਸਾਰੇ ਹੀ ਜਿਹੜੇ ਨੇ ਇਸ ਸਮੇਂ ਬੰਦ ਪਏ ਹੋਏ ਨੇ। ਕਿਉਂ ਬੰਦ ਕਿਉਂ ਪਏ ਨੇ? ਕਿ ਦੋਹਰਾ ਵਿਵਹਾਰ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨਾਲ? ਦੇਖੋ ਜੀ, ਇਹ ਪ੍ਰੋਜੈਕਟ ਆ ਨਾ ਜਿਹੜਾ ਆਪਾਂ ਇਹਦੀ ਗੱਲ ਕਰਦੇ ਆ, ਇਹ ਸਟਾਰਟ ਹੋਇਆ ਸੀ ਜਦੋਂ ਕਾਫੀ ਪੈਸਾ ਲੱਗਿਆ, ਐਕਵਾਇਰੇਸ਼ਨ ਹੋਈ, ਲੋਕਾਂ ਨੂੰ ਪੈਸਾ ਦਿੱਤਾ, ਮੁਆਵਜ਼ਾ ਦਿੱਤਾ, ਉਹਨਾਂ ਨੂੰ ਪਲਾਟ ਦਿੱਤੇ। ਅਖੀਰ ਆ ਕੇ ਇਹ ਇੱਥੇ ਆ ਕੇ ਕੰਮ ਰੁਕ ਗਿਆ ਜਦੋਂ ਸਰਕਾਰ ਬਦਲ ਗਈ। ਉਸ ਤੋਂ ਬਾਅਦ ਉੱਥੇ ਦਾ ਉੱਥੇ ਖੜਾ, ਡੱਕਾ ਤੋੜ ਕੇ ਦੂਰਾ ਨਹੀਂ ਕੀਤਾ, ਐਜ਼ ਇਟ ਇਜ਼ ਉਵੇਂ ਪਿਆ। ਤੁਸੀਂ ਪੂਰੇ ਪੰਜਾਬ 'ਚ, ਆਪਾਂ ਇਸ ਪ੍ਰੋਜੈਕਟ ਦੀ ਨਹੀਂ ਗੱਲ ਕਰਦੇ, ਪੂਰੇ ਪੰਜਾਬ ਦੇ ਵਿੱਚ ਨਿਗਾਹ ਮਾਰ ਲਈਏ, ਪੰਜਾਬ ਗੌਰਮੈਂਟ ਦਾ ਇੱਕ ਵੀ ਪ੍ਰੋਜੈਕਟ ਚੱਲਦਾ ਹੋਵੇ ਤਾਂ ਜੋ ਕਹੋਗੇ ਤੁਹਾਡਾ ਦੇਣ। ਐਡਾ ਬੁਰਾ ਹਾਲ ਆ। ਜੇ ਆ ਅੰਡਰਪਾਸ ਬਣ ਰਿਹਾ ਸਰਾਭਾ ਨਗਰ ਵਾਲਾ, BRS ਨਗਰ ਵਾਲਾ, ਪੱਖਵਾ ਰੋਡ ਦੇ ਉੱਤੇ ਜਿਹੜਾ ਬਣ ਰਿਹਾ, ਇਹ ਸੈਂਟਰ ਗੌਰਮੈਂਟ ਦਾ ਪ੍ਰੋਜੈਕਟ ਆ, ਸਮਾਰਟ ਸਿਟੀ ਦਾ ਪ੍ਰੋਜੈਕਟ ਆ। ਜਿਹੜੀਆਂ ਲੇਅਰ ਵੈਲੀਆਂ ਬਣ ਰਹੀਆਂ ਨੇ ਉਹ ਵੀ ਸਮਾਰਟ ਸਿਟੀ ਦਾ ਪ੍ਰੋਜੈਕਟ ਆ। ਇਹ ਵਾਲਾ ਪੁਲ ਪੰਜਾਬ ਗੌਰਮੈਂਟ ਦਾ ਕੋਈ ਵੀ ਪ੍ਰੋਜੈਕਟ, ਚਾਹੇ ਇਹ ਹੋਵੇ ਚਾਹੇ ਦਰਾਹੇ ਤੋਂ ਜਦੋਂ ਆਪਾਂ ਜਾਂਦੇ ਹਾਂ, ਪੂਰਾ ਬਾਈਪਾਸ ਬਣਿਆ ਹੋਇਆ ਅਨੰਦਪੁਰ ਸਾਹਿਬ ਤੱਕ, ਸਾਰੀ ਰੋਡ ਬਣੀ ਨਹਿਰ ਦੇ ਨਾਲ ਨਾਲ, ਲੇਕਿਨ ਦਰਾਹੇ ਵਾਲਾ ਪੁਲ ਆ ਜਿਹੜਾ ਉਹ ਬੰਦ ਪਿਆ, ਨਹੀਂ ਬਣਿਆ। ਆਖਿਰ ਦਰਾਹੇ ਦੇ ਪੁਲ ਦੀ ਵੀ ਗੱਲ ਕੀਤੀ ਜਾਊਗੀ ਧਾਲੀਵਾਲ ਸਾਹਿਬ, ਗਿੱਲ ਹਲਕੇ ਦੇ ਇਹ ਪੁਲ ਦੀ ਵੀ ਗੱਲ ਕੀਤੀ ਜਾਊਗੀ, ਲੇਕਿਨ ਇੱਕ ਪਿੱਲਰ ਜਿਹੜਾ ਖੜਾ ਹੈ ਸਰੀਆਂ ਨੂੰ ਜੰਗਾਲ ਤੱਕ ਲੱਗ ਚੁੱਕਾ ਹੋਇਆ ਵਾ। ਆਖਿਰ ਇਹ ਜ਼ਮੀਨ ਐਕਵਾਇਰ ਕਰਨ ਵਾਸਤੇ ਪੈਸਾ ਜਿਹੜਾ ਦਿੱਤਾ ਗਿਆ ਹੋਊਗਾ, ਲੇਕਿਨ ਉਸ ਜ਼ਮੀਨ ਐਕਵਾਇਰ ਕਰਨ ਦਾ ਕੀ ਮਤਲਬ ਹੋਇਆ ਜਦੋਂ ਸਰੀਏ ਜਿਹੜੇ ਗਾਲਨੇ ਸੀਗੇ ਤੇ ਪੈਸਾ ਹੀ ਜਿਹੜਾ ਖਰਾਬ ਕਰਨਾ ਸੀ, ਕਿਤਾਬਾਂ ਦੇ ਵਿੱਚ ਬਿੱਲ ਹੀ ਬਣਾਉਣੇ ਸੀਗੇ, ਤਾਂ ਇਹ ਫਲਾਈਓਵਰ ਬਣਾਉਣ ਦੀ ਜ਼ਰੂਰਤ ਹੀ ਨਹੀਂ ਸੀ। ਦੇਖੋ ਜੀ, ਬਦਕਿਸਮਤੀ ਇਹਦੀ ਮੈਂ ਦੱਸਾਂ ਜੀ, ਲੁਧਿਆਣੇ ਜ਼ਿਲ੍ਹੇ 'ਚ ਆਪਾਂ ਖੜੇ ਹਾਂ। ਲੁਧਿਆਣੇ ਦੇ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਹੁਣਾਂ ਦੇ ਇਲਾਕੇ ਤੋਂ ਚੱਲਦਾ। ਉਸ ਤੋਂ ਬਾਅਦ ਖੱਬੇ ਪਾਸੇ ਕੁਲਦੀਪ ਵੈਦ ਜੀ ਦਾ MLA, ਉਹਨਾਂ ਦਾ ਇਲਾਕਾ। ਪਰਲੇ ਪਾਸੇ ਵੱਡੇ ਵੱਡੇ ਦਾਅਵੇ ਕਰਨ ਵਾਲਾ ਜਿਹੜਾ ਕਿ ਆਪਦੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਕਹਿੰਦਾ ਸਿਮਰਜੀਤ ਸਿੰਘ ਬੈਂਸ, ਉਹਦਾ ਇਲਾਕਾ ਪੈਂਦਾ। ਇਹ ਆ ਗਿੱਲ ਰੋਡ ਟੱਪਦੇ ਆਪਾਂ, ਇਹ ਨਹਿਰ ਦੇ ਨਾਲ ਲੱਗਣਾ, ਉਹਦੇ ਨਾਲ ਸਾਊਥ ਹਲਕਾ ਪੈ ਜਾਂਦਾ, ਜਿਹੜਾ ਕਿ ਬੈਂਸ ਦੇ ਵੱਡੇ ਬ੍ਰਦਰ ਬਲਵਿੰਦਰ ਬੈਂਸ ਦਾ। ਇਹ ਵੱਡੇ ਵੱਡੇ ਦਾਅਵੇ ਕਰਨ ਵਾਲੇ ਬੰਦੇ ਆ ਜਿਹੜੇ, ਉਹਨਾਂ ਨੂੰ ਹਲੇ ਤੱਕ ਇਹ ਦਿਖਿਆ ਨਹੀਂ ਨਾ ਕਿਸੇ ਨੇ ਮੁੱਦਾ। ਇੱਕ ਸ਼ਰਮ ਵਾਲੀ ਗੱਲ ਦੱਸਾਂ ਜੀ, ਰੇਲਵੇ ਡਿਪਾਰਟਮੈਂਟ ਕਹਿੰਦਾ, ਰੇਲਵੇ ਡਿਪਾਰਟਮੈਂਟ ਦੇ ਨਾਲ ਅਸੀਂ ਟਾਈ ਅਪ ਕੀਤਾ, ਗੱਲ ਕੀਤੀ ਆ, ਅਸੀਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ
ਇੱਕ ਵੀ ਬੰਦੇ ਨੇ ਸਾਡੇ ਕੋਲੇ ਆ ਕੇ ਇਹਦਾ ਫੋਲੋ ਅਪ ਨਹੀਂ ਕੀਤਾ। ਇੱਕ ਹੋਰ ਵੱਡੀ ਗੱਲ ਦੱਸਾਂ, ਇੱਕ ਜਗਰਾਉਂ ਪੁਲ ਦੇ ਵੀ ਉਹ ਵੀ ਰੇਲਵੇ ਦਾ ਪ੍ਰੋਜੈਕਟ ਸੀਗਾ, ਉਹਨਾਂ ਨੇ ਲੋਕਾਂ ਨੇ ਮਿੰਨਤਾਂ ਕਰ NGOs ਨੇ ਪਿੱਛੇ ਪੈ ਕੇ ਫੋਲੋ ਅਪ ਕਰਕੇ, ਈਵਨ ਕਿ NGOs ਦੇ ਮੈਂਬਰ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ, ਰਾਹੁਲ ਵਰਮਾ ਉਹ ਦਿੱਲੀ ਜਾ ਕੇ ਫੋਲੋ ਅਪ ਕਰਕੇ ਆਉਂਦੇ ਰਹੇ ਆ। ਉਹਨਾਂ ਨੇ ਉਹ ਕੰਮ ਕੰਪਲੀਟ ਕਰਵਾ ਲਿਆ। ਲੇਕਿਨ ਲੁਧਿਆਣੇ ਦੇ ਜਿਹੜੇ ਲੀਡਰ ਨੇ, ਲੁਧਿਆਣੇ ਦੇ ਜਿਹੜੇ ਬਣੇ ਫਿਰਦੇ ਨੇ ਵੱਡੇ ਆਪਦੇ ਆਪ ਨੂੰ ਦਿੱਗਜ, ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਉਹ ਇਸ ਨੂੰ ਕੰਮ ਹੀ ਨਹੀਂ ਸਮਝਦੇ। ਧਾਲੀਵਾਲ ਸਾਹਿਬ ਤੁਹਾਨੂੰ ਵੀ ਦੱਸਦਾ, ਜਗਰਾਉਂ ਪੁਲ ਤੇ ਜਿਹੜਾ ਬਣਾਇਆ ਗਿਆ ਫਲਾਈਓਵਰ ਜਦੋਂ ਬਣਾਇਆ ਗਿਆ ਸੀਗਾ, ਲੇਕਿਨ ਉਹਦੀ ਤੁਸੀਂ ਲਾਈਟਿੰਗ ਵੀ ਦੇਖੀ ਹੋ। ਉਸ ਰੇਲਵੇ ਨੇ ਕਿਹਾ ਸੀਗਾ ਕਿ ਲਾਈਟਿੰਗ ਜਿਹੜੀ ਹੈਗੀ ਆ ਉਹ ਤੁਸੀਂ ਆਪ ਲਗਾਣੀ, ਲੇਕਿਨ ਖੁੱਲੇ ਤਾਰਾਂ ਦੇ ਸਣੇ ਉਹ ਲਾਈਟਾਂ ਲੱਗੀਆਂ ਹੋਈਆਂ। ਧਾਲੀਵਾਲ ਸਾਹਿਬ ਕਦੀ ਨੋਟ ਵੀ ਕਰ ਲਿਓ, ਪੰਜਾਬ ਸਰਕਾਰ ਇੰਨਾ ਵੀ ਨਹੀਂ ਕਰ ਸਕਦੀ ਕਿ ਉਹਨੂੰ ਸਮਾਰਟ ਤਾਂ ਬਣਾ ਦਿੱਤਾ ਗਿਆ ਵਾ। ਚਲੋ ਸਮਾਰਟ ਬਣ ਗਿਆ, ਕਾਫੀ NGOs ਆਈਆਂ, ਮੁੱਦਾ ਕਾਫੀ ਉੱਠਿਆ, ਲੋਕਾਂ ਦਾ ਇੱਕ ਪ੍ਰੋਜੈਕਟ ਸੀਗਾ ਕਿ ਲੁਧਿਆਣਾ ਜਗਰਾਉਂ ਬ੍ਰਿਜ ਜਿਹੜਾ ਬਣਾਇਆ ਜਾਵੇ, ਲੇਕਿਨ ਲਾਈਟ ਤੇ ਵੀ ਨਹੀਂ ਪੈਸਾ ਖਰਚਿਆ ਜਾ ਰਿਹਾ। ਆਖਿਰ ਲਾਈਟਾਂ ਤੇ ਕਿਉਂ ਨਹੀਂ ਖਰਚਿਆ? ਆਖਿਰ ਕੋਈ ਉੱਥੇ ਵਾਰਦਾਤ ਹੋ ਗਈ, ਤਾਰਾਂ ਨੰਗੀਆਂ ਨੇ, ਆਖਿਰ ਕੋਈ ਮਿਸ ਹੈਪਨਿੰਗ ਹੋ ਗਈ, ਆਖਿਰ ਧਾਲੀਵਾਲ ਸਾਹਿਬ ਉਹਦਾ ਜ਼ਿੰਮੇਵਾਰ ਕੌਣ ਹੋਊ? ਇਹਨਾਂ ਨੂੰ ਨਾ ਆਪਣੀਆਂ ਜੇਬਾਂ ਭਰਨ ਤੋਂ ਵੇਲੇ ਨਹੀਂ ਹੈਗਾ। ਨਿੱਜੀ ਕੰਮ, ਨਿੱਜੀ ਡਿਵੈਲਪਮੈਂਟ, ਨਿੱਜੀ ਰੰਜਿਸ਼ਾਂ। ਜਿਹੜਾ ਬੰਦਾ ਖਿਲਾਫ ਬੋਲਦਾ ਉਹਦੇ ਗਲ ਪੈ ਜਾਓ, ਜਿਹੜਾ ਬੰਦਾ ਉਲਟ ਬੋਲਦਾ ਉਹਦਾ ਨੁਕਸਾਨ ਕਰਨਾ ਸ਼ੁਰੂ ਕਰ ਦਿਓ ਵੀ ਸਾਡੇ ਖਿਲਾਫ ਜਿਹੜੀ ਆਵਾਜ਼ ਆ ਨਾ ਉੱਠੇ ਨਾ। ਪਰ ਜਿਹੜਾ ਸੱਚ ਆ ਨਾ ਦਬਾਇਆ ਨਹੀਂ ਜਾਂਦਾ। ਤੁਹਾਡੇ ਸਾਹਮਣੇ ਆ, ਦੇਖ ਲਿਓ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਉਹ ਹਾਲ ਹੋਣਾ। ਇਹ ਜਿੱਥੇ ਆਪਾਂ ਖੜੇ ਆ, ਇੱਕ ਛੋਟਾ ਜਿਹਾ ਕੰਮ ਹੈ, ਇੱਕ ਫਲਾਈਓਵਰ ਬਣਨਾ ਇੱਥੇ। ਪਿਛਲੇ 10 ਸਾਲਾਂ 'ਚ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ, 138 ਦੇ ਕਰੀਬ, 150 ਦੇ ਲਗਭਗ ਜਿਹੜੇ ਫਲਾਈਓਵਰ ਆ। ਤੁਹਾਨੂੰ ਯਾਦ ਹੋਊਗਾ ਮਰਿੰਡੇ ਵਾਲਾ ਪੁਲ, ਕੁਰਾਲੀ ਵਾਲਾ ਪੁਲ, ਅਨੰਦਪੁਰ ਸਾਹਿਬ ਜਿਹੜਾ ਆਪਾਂ ਜਾਂਦੇ ਹਾਂ ਉੱਥੇ, ਮੁੱਲਾਂਪੁਰ, ਜਗਰਾਉਂ ਸ਼ਹਿਰ ਦੇ ਵਿੱਚੋਂ ਜਿਹੜਾ ਪੁਲ ਬਣਦਾ ਸੀ ਰੇਲਵੇ ਦੇ ਉੱਪਰ, ਕੋਟਕਪੂਰੇ ਵਾਲਾ ਫਾਟਕ ਜਿਹੜਾ ਸੀ ਉੱਥੇ, ਮੈਂ ਧੂਰੀ ਲਾਈਨ, ਧੂਰੀ ਵਾਲਾ, ਸੰਗਰੂਰ ਵਾਲਾ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੰਨੇ ਫਲਾਈਓਵਰ ਬਣੇ, ਇੰਨੇ ਅੰਡਰਪਾਥ ਬਣੇ ਆ, ਪੱਖਵਾ ਰੋਡ ਵਾਲਾ ਅੰਡਰਪਾਥ ਬਣਿਆ, ਇੰਨਾ ਕੰਮ ਹੋਇਆ। ਈਵਨ ਕਿ ਸੈਂਟਰ ਗੌਰਮੈਂਟ ਦੇ ਵੀ ਕਈ ਪ੍ਰੋਜੈਕਟ ਕੀਤੇ ਆ। ਤੁਸੀਂ ਪਿੰਡਾਂ ਵਿੱਚ ਚਲੇ ਜਾਓ, ਆ ਜਿਹੜੀ ਜਗਰਾਉਂ ਨੂੰ ਫਿਰੋਜ਼ਪੁਰ ਲਾਈਨ ਜਾਂਦੀ ਆ ਰੇਲਵੇ ਦੀ, ਇਹਦੇ ਅੰਡਰਪਾਥ, ਹਲਕਾ ਦਾਖਾ ਆਉਂਦਾ, ਹਲਕਾ ਜਗਰਾਉਂ ਆਉਂਦਾ, ਉਹਨਾਂ ਦੇ ਵਿੱਚ ਤੁਸੀਂ ਦੇਖੋ ਅੰਡਰਪਾਥ ਜਿਹੜੇ ਬਣੇ ਹੋਏ ਨੇ। ਉਹ GT ਰੋਡ ਦੇ ਉੱਤੇ ਮੈਂ ਕੱਲ ਰਾਮਪੁਰ ਗਿਆ ਸੀਗਾ, ਉੱਥੇ ਵੀ ਥੱਲੇ ਅੰਡਰਪਾਥ ਬਣੇ ਹੋਏ ਨੇ। ਉਹ ਜਿਹੜੇ ਅੰਡਰਪਾਥ ਨੇ ਉਹ ਵੀ ਛੋਟੇ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡ ਨੇ ਉਹਨਾਂ ਦੇ ਉੱਤੇ ਵੀ ਅੰਡਰਪਾਥ ਬਣੇ। ਇਹ ਵਾਲੇ ਬਣਾਉਣ ਲੱਗੇ ਇਹਨਾਂ ਨੂੰ ਕੀ ਘਾਟ ਪੈਂਦੀ ਸੀ, ਕੀ ਸਮੱਸਿਆ ਆਉਂਦੀ ਸੀ, ਕੀ ਕਿਸੇ ਨੇ ਇਹਦਾ ਫੋਲੋ ਅਪ ਨਹੀਂ ਕਰਨਾ ਸੀ? ਕਿੰਨੇ ਲੋਕਾਂ ਦਾ ਨੁਕਸਾਨ ਹੁੰਦਾ ਰੋਜ਼ ਸਵੇਰੇ। ਧਾਲੀਵਾਲ ਸਾਹਿਬ ਇਹਦੇ 'ਚ ਗੱਲ ਆ ਵੀ ਹੋਊਗੀ, ਲੋਕ ਜ਼ਰੂਰ ਸੁਣਨਗੇ ਵੀ, ਤੁਹਾਨੂੰ ਵੀ ਜਵਾਬ ਕਰਨਗੇ। ਆਖਿਰ ਹੁਣ 2022 ਦੇ ਇਲੈਕਸ਼ਨਾਂ ਦੀ ਤਿਆਰੀਆਂ ਜਿਹੜੀਆਂ ਹੈਗੀਆਂ, ਹੁਣ ਧਾਲੀਵਾਲ ਸਾਹਿਬ ਤੁਸੀਂ ਵੀ ਜਿਹੜੇ ਐਕਟਿਵ ਹੋ ਚੁੱਕੇ ਹੋਏ ਹੋ, ਇਹ ਪੁਲ ਦਾ ਮੁੱਦਾ 4 ਸਾਲ ਪਹਿਲੇ ਕਿਉਂ ਨਹੀਂ ਚੱਕਿਆ ਗਿਆ? ਧਾਲੀਵਾਲ ਸਾਹਿਬ 3 ਇੱਧਰਲੇ ਇਲਾਕੇ ਪੈਂਦੇ ਨੇ, 3 ਵੱਡੇ ਦਿੱਗਜ ਨੇਤਾ ਜਿਹੜੇ ਕਹਿ ਸਕਦੇ, ਵਿਧਾਇਕ ਜਿਹੜੇ ਕਹਿ ਸਕਦੇ ਇੱਧਰ ਹੈਗੇ ਨੇ। ਇੱਕ ਮੰਤਰੀ ਸਾਹਿਬ ਨੇ, ਇੱਕ ਤੁਹਾਨੂੰ ਪਤਾ ਹੀ ਨਾਮ ਸਾਰੇ ਪਤਾ ਹੈ, ਬੈਂਸ ਸਾਹਿਬ ਹੋ ਗਏ ਤੇ ਤੁਹਾਡੇ ਕੁਲਦੀਪ ਵੈਦ ਜੀ ਹੋ ਗਏ। ਲੇਕਿਨ 3 ਵੱਡੇ ਦਿੱਗਜ ਜਿਹੜੇ ਇੱਥੇ ਹੈਗੇ ਨੇ, ਹੁਣ ਤੁਸੀਂ ਉਹਨਾਂ ਦਾ ਮੁਕਾਬਲਾ ਕਰਨ ਜਾ ਰਹੇ ਹੋ। ਆਖਿਰ 4 ਸਾਲ ਸੁੱਤੇ ਸੀਗੇ ਧਾਲੀਵਾਲ ਸਾਹਿਬ? ਮੈਂ ਤੁਹਾਨੂੰ ਇਹ ਗੱਲ ਦੱਸਦਾ, ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਅਸੀਂ ਗੱਲ ਕਰਦੇ ਸੀ ਨਾ, ਅਸੀਂ ਪੱਖਵਾ ਰੋਡ ਦਾ ਧਰਨਾ ਦਿੱਤਾ, ਸਮੁੱਚੀ ਪਾਰਟੀ ਨੇ, ਸਾਰੇ ਅਸੀਂ ਕੋਈ ਮੁੱਦਾ ਚੱਕਦੇ ਸੀ, ਇਹ ਰੌਲਾ ਪਾ ਲੈਂਦੇ ਸੀ। ਇਹ ਰੌਲਾ ਪਾ ਲੈਂਦੇ ਵੀ ਹਲੇ ਤਾਂ ਸ਼ੁਰੂਆਤ ਹੈ, ਇਹ ਸਰਕਾਰ ਖਜ਼ਾਨਾ ਖਾਲੀ ਛੱਡ ਗਈ, ਇਹਨਾਂ ਨੇ ਆਹ ਨਹੀਂ ਕੀਤਾ, ਇਹਨਾਂ ਨੇ ਉਹ ਨਹੀਂ ਕੀਤਾ, ਇਹਨਾਂ ਨੇ ਆਹ ਖਜ਼ਾਨਾ ਖਾਲੀ ਆ, ਪੈਸੇ ਨਹੀਂ ਹੈ, ਤਨਖਾਹਾਂ ਦੇਣ ਨੂੰ ਪੈਸੇ ਨਹੀਂ। ਇਲਜ਼ਾਮ ਲੱਗੇ ਨੇ ਹਰ ਵਾਰ ਅਕਾਲੀ ਦਲ ਤੇ ਲਾਉਂਦੇ ਸੀ ਨਾ। ਅਸੀਂ ਵੇਟ ਐਂਡ ਵਾਚ ਸੀਗੇ ਵੀ ਚੱਲ ਦੇਖਦੇ ਆ, ਕਰਦੇ ਆ। ਹੁਣ ਤਾਂ ਜੇ ਅੱਜ ਇਹਨੂੰ ਸ਼ੁਰੂ ਵੀ ਕਰ ਦੇਣ ਨਾ, ਅੱਜ ਜੇ ਇਹਨੂੰ ਸਟਾਰਟ ਵੀ ਕਰ ਦੇਣ, ਅੱਜ ਜੇ ਇਸ ਪ੍ਰੋਜੈਕਟ ਨੂੰ ਆਪਣੇ ਤੁਹਾਡੇ ਚੈਨਲ ਦੇ ਜ਼ਰੀਏ ਜਾਂ ਆਪਾਂ ਇਹਦਾ ਰੌਲਾ ਪਾਈਏ, ਆਪਾਂ ਇਸ ਗੱਲ ਨੂੰ, ਆਵਾਜ਼ ਨੂੰ ਪਹੁੰਚਾਈਏ, ਉੱਚਾ ਕਰੀਏ, ਇਸ ਗੱਲ ਨੂੰ ਉੱਪਰ ਤੱਕ ਲੈ ਕੇ ਜਾਈਏ, ਜੇ ਅੱਜ ਵੀ ਸ਼ੁਰੂ ਕਰ ਦੇਣ ਨਾ, ਘੱਟੋ ਘੱਟ 2 ਸਾਲ ਲੱਗ ਜਾਣੇ। 2 ਸਾਲ ਲੱਗ ਜਾਣੇ ਇਹਨੂੰ ਪ੍ਰੋਜੈਕਟ ਨੂੰ ਕੰਪਲੀਟ ਹੁੰਦੇ ਆ। ਤੇ ਇਹਨੇ ਦੌਰਾਨ ਜਿਹੜਾ ਸ਼ਹਿਰ ਦੇ ਵਿੱਚ ਘਮਸਾਨ ਪੈਂਦਾ, ਆ ਜਿਹੜਾ ਸਬਦਨ ਬਾਈਪਾਸ 450 ਕਰੋੜ ਰੁਪਏ ਦੇ ਨਾਲ ਸਾਡੀ ਗਵਰਨਮੈਂਟ ਵੇਲੇ ਹੀ ਬਣਿਆ ਸੀ। ਉਦੋਂ ਇਹ ਕਹਿੰਦੇ ਸੀ ਇਹ ਸ਼ਹਿਰ ਨੂੰ 2 ਹਿੱਸਿਆਂ 'ਚ ਵੰਡਤਾ। ਅੱਜ ਉਹਦੇ ਉੱਤੇ ਜਾਮ ਲੱਗਦਾ, ਉਹਦੇ ਉੱਤੇ ਟ੍ਰੈਫਿਕ ਹੁੰਦਾ, ਕਿੰਨੀ ਸਮੱਸਿਆ। ਛੋਟੇ ਪੁਲ ਨੇ ਜਿਹੜੇ ਕਿ ਉਹ ਨਹੀਂ ਬਣਾਏ ਜਾਂਦੇ। ਉਹਨਾਂ ਦਾ ਡੁਗਰੀ ਵਾਲੇ ਪੁਲ ਦੇ ਉੱਤੇ ਜਿਹੜਾ ਨਾਲ ਸਰਵਿਸ ਲੇਨ ਬਣਨੀ ਸੀ ਸਬਦਨ ਬਾਈਪਾਸ, ਉਹ ਨਹੀਂ ਬਣੀ। ਅੱਜ ਜਵੱਦੀ ਵਾਲਾ ਵੀ ਮੈਂ ਰੌਲਾ ਪਾਇਆ ਸੀ, ਉਦੋਂ ਤੁਹਾਡੇ ਚੈਨਲ ਦੇ ਥਰੂ ਇੰਟਰਵਿਊ ਦਿੱਤੀ ਸੀਗੀ, ਉੱਥੇ ਅਸੀਂ ਰੌਲਾ ਪਾਇਆ ਸੀ, ਉਹ ਹੁਣ ਉਹਨਾਂ ਨੇ ਬਣਾਤੀ। ਉਹ ਇਹ ਨਾ, ਜਦੋਂ ਅਸੀਂ ਪਹਿਲਾਂ ਰੌਲਾ ਪਾਉਂਦੇ ਸੀ, ਤੁਹਾਡੀ ਗੱਲ ਸਵਾਲ ਦਾ ਮੈਂ ਜਵਾਬ ਦਿੰਦਾ, ਜਦੋਂ ਅਸੀਂ ਪਹਿਲਾਂ ਰੌਲਾ ਪਾਉਂਦੇ ਕਹਿੰਦੇ ਜੀ ਬੜਾ ਟਾਈਮ ਪਿਆ, ਹਲੇ ਤਾਂ ਸ਼ੁਰੂਆਤ ਹੈ, ਹਲੇ ਖਜ਼ਾਨੇ ਖਾਲੀ ਨੇ। ਹੁਣ ਤਾਂ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ। ਹੁਣ ਤਾਂ 6 ਮਹੀਨੇ ਨੂੰ ਵੋਟਾਂ ਆਉਣ ਵਾਲੀਆਂ ਨੇ, ਸਰਕਾਰ ਆਉਣ ਵਾਲੀ ਹੈ,
ਤੇ ਹੁਣ ਤਾਂ ਲੇਖਾ ਜੋਖਾ ਇਹਨਾਂ ਦਾ ਸਾਨੂੰ ਕਰਨਾ ਬਣਦਾ ਕਿ ਨਹੀਂ ਬਣਦਾ। ਲੇਕਿਨ ਧੰਨਵਾਦ ਸਾਹਿਬ, ਤੁਸੀਂ ਉਸ तमाम ਅਧਿਕਾਰੀਆਂ ਨਾਲ ਕਿੱਥੇ ਗੱਲਬਾਤ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਅਧਿਕਾਰੀਆਂ ਦੇ ਕੋਲ ਇਹ ਪ੍ਰੋਜੈਕਟ ਸੀਗਾ, ਜਾਂ ਰੇਲਵੇ ਦੇ ਕਿਸੇ ਉਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆਖਿਰ ਇਹ ਪ੍ਰੋਜੈਕਟ ਦੇ ਵਿੱਚ ਕਿਹੜੀਆਂ ਕਮੀਆਂ ਆ ਗਈਆਂ, ਜਾਂ ਕਿਹੜਾ ਪੈਸਾ ਜਿਹੜਾ ਉੱਥੇ ਤੱਕ ਨਹੀਂ ਪਹੁੰਚਿਆ, ਇਸ ਪ੍ਰੋਜੈਕਟ ਨੂੰ ਜਿਹੜਾ ਹੈ ਬਲੀ ਦਾ ਬੱਕਰਾ ਬਣਾਤਾ। ਸਾਡੀ ਜਿੰਨੀ ਕੁ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ, ਮੈਂ ਫਿਰੋਜ਼ਪੁਰ ਜਾ ਕੇ ਵੀ ਆਊਂਗਾ, ਡੀਸੀ ਸਾਹਿਬ ਨੂੰ ਵੀ ਮੈਮੋਰੰਡਮ ਦੇਵਾਂਗੇ, ਇਹਨਾਂ ਨੂੰ ਮੰਗ ਪੱਤਰ ਵੀ ਦੇਵਾਂਗੇ, ਇਹਦਾ ਫੋਲੋਅਪ ਵੀ ਕਰਾਂਗੇ, ਸਾਰੇ ਜਣੇ ਰਲ ਕੇ ਕਰਾਂਗੇ। ਦੇਖੋ ਇਹਨਾਂ ਨੇ ਕੁਝ ਪੰਜਾਬ ਗਵਰਨਮੈਂਟ ਨੇ ਕੁਝ ਡਿਊਜ਼ ਦੇਣੇ ਸੀ, ਉਹ ਪੈਸਾ ਕੁਝ ਦੇਣਾ ਸੀ, ਉਹਦੇ ਕਰਕੇ ਉਹਨਾਂ ਨੇ ਇਹਨਾਂ ਦੇ ਕੰਮ ਰੁਕੇ ਆ। ਇਹਨਾਂ ਨੇ ਨਾ ਤਾਂ ਇਹਨਾਂ ਨੂੰ ਲੋੜ ਮਹਿਸੂਸ ਹੋਈ, ਨਾ ਇਹਨਾਂ ਨੂੰ ਇਹ ਦਿਖਦਾ ਵੀ ਲੋਕਾਂ ਦਾ ਪੈਸਾ ਖਰਾਬ ਹੋਇਆ। ਜੇ ਇਹ ਪ੍ਰੋਜੈਕਟ ਅੱਗੇ ਥਰੂ ਨਹੀਂ ਸੀ ਕਰਨਾ ਤਾਂ ਲੋਕਾਂ ਦੇ ਪਲਾਟ, ਲੋਕਾਂ ਦੀਆਂ ਜ਼ਮੀਨਾਂ, ਲੋਕਾਂ ਦੇ ਘਰ ਜਿਹੜੇ ਆ ਐਕਵਾਇਰ ਕੀਤੇ, ਉਹਨਾਂ ਦੇ ਬਣੇ ਬਣਾਏ ਘਰ ਢਾਏ, ਉਹਨਾਂ ਨੂੰ ਮੁਆਵਜ਼ਾ ਦਿੱਤਾ, ਪਲਾਟ ਦਿੱਤੇ, ਫਿਰ ਇਹਨਾਂ ਪੈਸਾ ਖਰਾਬ ਕਰਨ ਦੀ ਲੋੜ ਕੀ ਪਈ ਸੀ। ਜੇ ਥੋੜੇ ਜਿਹੇ ਪੈਸੇ ਦੀ ਖਾਤਰ, ਥੋੜਾ ਜਿਹਾ ਪੈਸਾ ਸੀ ਜਿਹੜਾ ਕਿ ਉਹਨਾਂ ਡਿਊਜ਼ ਕਲੀਅਰ ਕਰਦੇ, ਉਹ ਕੰਮ ਸਟਾਰਟ ਕਰ ਦਿੰਦੇ। ਲੇਕਿਨ ਲਾਲ ਡਾਇਰੀ 'ਚ ਵੀ ਨਾਮ ਲਿਖਿਆ ਜਾਊਗਾ ਕਿ ਨਹੀਂ ਲਿਖਿਆ ਜਾਊਗਾ ਸੁਖਬੀਰ ਬਾਦਲ ਸਾਹਿਬ ਦੀ, ਕਿ ਜਿਹੜੇ ਮੁਲਾਜ਼ਮ ਜਿਹੜੇ ਕਰਪਟ ਪਾਏ ਜਾਣਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ? ਬਿਲਕੁਲ ਜੀ, ਮੁਲਾਜ਼ਮ ਜਿਨ੍ਹਾਂ ਦੀ ਨੈਗਲੀਜੈਂਸੀ ਆ, ਠੀਕ ਆ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਬਣਦੀ ਆ। ਜਿਹੜਾ ਇਹ ਪੈਸੇ ਦੀ ਵੇਸਟੇਜ ਆ, ਜੇ ਆਪਾਂ ਇਹਦਾ ਦੇਖਿਆ ਜਾਵੇ, ਲੋਕਾਂ ਦੇ ਪੈਸੇ ਦਾ ਕਿੰਨਾ ਨੁਕਸਾਨ ਹੋਇਆ। ਇੱਕ ਪੁਲ ਜਿਹੜਾ ਕਿ ਵੱਧ ਤੋਂ ਵੱਧ 6 ਮਹੀਨੇ ਸਾਲ 'ਚ ਬਣ ਸਕਦਾ ਸੀ, ਹਲੇ ਇਹ ਪੁਲ ਦੀ ਨਾ ਗੱਲ ਕਰੀਏ, ਅੱਗੇ ਆ ਗਈ ਮਲੇਰਕੋਟਲਾ ਰੋਡ, ਆ ਗਈ ਮਲੇਰਕੋਟਲਾ ਰੋਡ ਤੋਂ ਨਹਿਰ ਤੱਕ ਹਲੇ ਜ਼ਮੀਨਾਂ ਐਕਵਾਇਰ ਨਹੀਂ ਕੀਤੀਆਂ, ਉੱਥੇ ਸੜਕ ਨਹੀਂ ਬਣਾਈ, ਉਹ ਤਾਂ ਇਹਨਾਂ ਨੇ ਬਣਾਉਣੀ ਸੀ। ਮੰਨ ਲੈਂਦੇ ਆ ਕਿ ਇਹਨਾਂ ਦੀ ਗੱਲ ਨੂੰ ਆਪਾਂ, ਅੱਜ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਸੀ, ਕਿਸੇ ਲੀਡਰ ਦਾ, ਉਹ ਕਹਿੰਦੇ ਜੀ ਇਹ ਤਾਂ ਜੀ ਰੇਲਵੇ ਨੇ ਬਣਾਉਣਾ। ਮੈਂ ਕਿਹਾ ਮੰਨ ਲਿਆ, ਉਦੋਂ ਅੱਗੇ ਵਾਲਾ ਪੋਰਸ਼ਨ ਬਣਾਤਾ, ਉਹ ਅੱਗੇ ਸੜਕ ਬਣਾਤੀ, ਨਹਿਰ ਤੇ ਚਾੜਤੀ। ਗਲਾਡਾ ਦੇ ਅੰਡਰ ਪ੍ਰੋਜੈਕਟ ਹੈ? ਬਿਲਕੁਲ ਜੀ, ਇਹ ਗਲਾਡਾ ਦਾ ਪ੍ਰੋਜੈਕਟ ਸੀਗਾ, ਠੀਕ ਆ ਜੀ, ਇਹ ਪੰਜਾਬ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ, ਉਹਨਾਂ ਨੇ ਬਣਾਉਣਾ ਸੀ। ਹਲੇ ਇਹ ਗਿੱਲ ਰੋਡ ਤੋਂ ਲੈ ਕੇ, ਜਿਹੜੀ ਮਲੇਰਕੋਟਲਾ ਰੋਡ ਕਹਿੰਦੇ ਆ, ਉਹਦੇ ਤੋਂ ਲੈ ਕੇ ਨਹਿਰ ਤੱਕ ਇਹ ਬਾਈਪਾਸ ਸੀਗਾ, ਜਿਹਦੇ ਤੇ ਕਿ ਸਾਰੇ ਕਿਸੇ ਜਿਹੜੇ ਬੰਦੇ ਨੇ ਫਿਰੋਜ਼ਪੁਰ ਤੋਂ, ਮੋਗੇ ਤੋਂ, ਜਗਰਾਉਂ ਤੋਂ, ਦਾਖਿਆਂ ਤੋਂ, ਮੁੱਲਾਂਪੁਰ ਤੋਂ ਜਿਹੜੇ ਬੰਦੇ ਨੇ ਆਉਣਾ ਟ੍ਰੈਫਿਕ ਨੇ, ਜਾਂ ਆ ਸ਼ਹਿਰ ਦੇ ਖੱਬੇ ਪਾਸੇ ਵਾਲੇ ਲੋਕਾਂ ਨੇ, ਉਹਨਾਂ ਨੇ ਨਹਿਰ ਤੇ ਚੜ੍ਹਨਾ ਜਾਂ ਚੰਡੀਗੜ੍ਹ ਜਾਂ ਦਿੱਲੀ ਜਾਣਾ, ਉਹ ਲੋਕਾਂ ਨੂੰ ਸ਼ਹਿਰ 'ਚ ਵੜਨ ਦੀ ਲੋੜ ਨਹੀਂ, ਉਹ ਬਾਹਰ ਜਿਹੜੇ ਆ ਉਹ ਸਿੱਧੇ ਬਾਰ ਇਹ ਬਾਈਪਾਸ ਤੋਂ ਥਰੂ ਹੋ ਕੇ ਬਾਹਰ ਜਾ ਸਕਦੇ। ਲੇਕਿਨ ਲੋਕਾਂ ਨੂੰ ਨਹੀਂ ਸਹੂਲਤ ਹੈ, ਸਾਹਮਣੇ ਜਿਹੜੀ ਰੋਡ ਹੈ, ਚੰਦ ਕਿਹਾ ਵੀ ਜਾ ਸਕਦਾ ਹੈ ਕਿ 500 ਮੀਟਰ ਦਾ ਦਾਇਰਾ ਹੋਣਾ। ਮੇਰਾ ਸਹਿਯੋਗੀ ਉਹ ਰੋਡ ਵੀ ਦਿਖਾਊਗਾ, ਜਿਹੜੇ ਪਿੱਛੇ ਸਿਮਟਡ ਰੋਡ ਹੈ ਜਿੱਥੋਂ ਅਸੀਂ ਆਏ ਹਾਂ, ਲੋਧੀ ਰੋਡ ਤੋਂ, ਉਹ ਰੋਡ ਤੋਂ 500 ਮੀਟਰ ਦਾ ਦਾਇਰਾ ਜਿਹੜਾ ਹੈਗਾ, ਉਹ ਰੋਡ 100 ਫੁੱਟਾ ਰੋਡ ਆ। ਉਸ ਤੋਂ ਬਾਅਦ ਜਿਹੜੀ ਰੋਡ ਦੀ ਗੱਲ ਕੀਤੀ ਜਾਵੇ, ਬਿਲਕੁਲ ਸਾਫ਼ ਹੈ। ਇੰਨਾ ਕੁ ਰੋਡ ਦਾ ਟੋਟਾ ਛੱਡਣ ਤੋਂ ਬਾਅਦ ਇਹ ਜ਼ਮੀਨ ਐਕਵਾਇਰ ਕੀਤੀ ਹੋਊਗੀ। ਆਖਿਰ ਇੰਨਾ ਟੋਟਾ ਛੱਡਣ ਤੋਂ ਬਾਅਦ ਸਰਕਾਰ ਆ ਕਿਉਂ ਨਹੀਂ ਸੋਚ ਪਾਈ ਕਿ ਲੋਕਾਂ ਦਾ ਜਿਹੜਾ ਜੀਣਾ ਜਿਹੜਾ ਥੋੜਾ ਮੁਸ਼ਕਿਲ ਹੋਇਆ ਪਿਆ, ਲੋਕਾਂ ਨੂੰ ਲੰਬਾ ਰੂਟ ਜਿਹੜਾ ਤੈਅ ਕਰਕੇ ਜਾਣਾ ਪੈਂਦਾ। ਸਾਹਮਣੇ ਜੀਟੀ ਰੋਡ ਹੈ, ਧਾਲੀਵਾਲ ਸਾਹਮਣੇ ਜੀਟੀ ਰੋਡ ਹੈ, ਲੇਕਿਨ ਸਰਕਾਰਾਂ ਕਿਉਂ ਨਹੀਂ ਸੋਚ ਰਹੀਆਂ? ਸਰਕਾਰਾਂ ਆਖਿਰ ਲੋਕਾਂ ਦੇ ਨਾਲ ਕਿਉਂ ਦੋਹਰਾ ਵਿਵਹਾਰ ਕਰਦੀਆਂ? ਸੱਤਾ ਦੇ ਵਿੱਚ ਆਉਣ ਵਾਸਤੇ ਲੋਕਾਂ ਦੇ ਘਰਾਂ ਜਾ ਕੇ ਵੋਟਾਂ ਮੰਗਦੀਆਂ ਨੇ, ਜਦੋਂ ਵੋਟਾਂ ਮਿਲ ਜਾਂਦੀਆਂ, ਲੀਡਰ ਬਣ ਜਾਂਦਾ, ਉਸ ਤੋਂ ਬਾਅਦ ਫਿਰ ਮੁਕੇਰੀ ਲਾਲ ਦੇ ਸੁਪਨੇ ਜਿਹੜੇ ਦਿਖਾਣੇ ਸ਼ੁਰੂ ਕਰ ਦਿੰਦੇ ਨੇ। ਆਖਿਰ ਹੁਣ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਜਾਂ ਲੀਡਰਾਂ ਨੂੰ ਕੰਮ ਕਰਾਉਣ ਦੀ ਜ਼ਰੂਰਤ ਹੈ? ਦੇਖੋ, ਲੀਡਰਾਂ ਨੂੰ ਨਾ ਕੰਮ ਕਰਾਉਣਾ ਪੈਣਾ। ਤੁਹਾਡੇ ਸਾਹਮਣੇ ਆ 2022 'ਚ ਜਿਹੜੇ ਬੰਦੇ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਨਾ, ਉਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ। ਲੋਕਾਂ ਨੂੰ ਕੰਮ ਚਾਹੀਦਾ, ਚਿੱਟਾ ਚੰਮ ਨਹੀਂ ਚਾਹੀਦਾ। ਇਹ ਅੱਧੇ ਕਿਲੋਮੀਟਰ ਦਾ ਸਿਰਫ ਸਪੈਨ ਆ, ਇਹਦੇ ਨਾਲ ਰੋਜ਼ ਲੱਖਾਂ ਲੋਕਾਂ ਦਾ ਰੋਜ਼ ਦਾ ਜਿਹੜਾ ਹੈਗਾ ਨਾ, ਉਹ ਸਫ਼ਰ ਸੌਖਾ ਹੁੰਦਾ, ਤੇਲ ਬਚਦਾ, ਉਹਨਾਂ ਦਾ ਡੀਜ਼ਲ ਬਚਣਾ, ਪੈਟਰੋਲ ਬਚਣਾ। ਈਵਨ ਕਿ ਸ਼ਹਿਰ ਦੇ ਵਿੱਚ 20% ਟ੍ਰੈਫਿਕ ਆ ਜਿਹੜਾ ਉਹ ਘਟ ਜਾਣਾ। ਬਿਲਕੁਲ ਆ ਚੌਕ ਹੋ ਜਾਂਦੀ ਆ, ਨਹਿਰ ਜਿਹੜੀ ਹੈ, ਸਾਰੇ ਪੁਲ ਚੌਕ ਹੋ ਜਾਂਦੇ ਆ। ਤੁਸੀਂ ਇੱਕ ਆਪਾਂ ਐਕਸਪ੍ਰੈਸ ਵੇ ਬਣਾਤਾ, ਅੱਗੇ ਆਪਾਂ ਜਾਂਦੇ ਆ ਖੱਬੇ ਆ ਸਾਊਥ ਹਲਕਾ, ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਬੈਂਸ ਜੀ ਦਾ, ਉਹ ਖੱਬੇ ਪਾਸੇ ਨੂੰ ਜਿਹੜਾ ਜਾਂਦੇ ਆ, ਉਹ ਛੋਟਾ ਪੁਲ ਹੈ ਲੁਹਾਰੇ ਵਾਲਾ। ਉਹ ਜੇ ਉਹ ਪੁਲ ਹੀ ਵੱਡਾ ਹੋ ਜਾਵੇ ਤੇ ਐਕਸਪ੍ਰੈਸ ਵੇ ਦਾ ਫਾਇਦਾ ਕੀ? ਜਦ ਐਕਸਪ੍ਰੈਸ ਵੇ ਦੇ ਉੱਤੇ ਹੀ ਜਾਮ ਲੱਗ ਜਾਂਦਾ, ਸਿਰਫ ਉੱਥੋਂ ਗੱਡੀਆਂ ਮੋੜਨ ਵਾਲਿਆਂ ਦੇ ਕਰਕੇ, ਜਾਂ ਇੱਕ ਛੋਟੇ ਕੋਈ ਵਹੀਕਲ ਲੰਘਦਾ ਤਾਂ ਉੱਥੇ ਜਾਮ ਲੱਗਿਆ ਹੁੰਦਾ। ਧਾਲੀਵਾਲ ਸਾਹਿਬ, ਦੋਨੋਂ ਭਰਾ ਆ ਕਹਿੰਦੇ ਨੇ ਕਿ ਆਪਾਂ ਇੰਨੀ ਡਿਵੈਲਪਮੈਂਟ ਕਰਤੀ ਹੈ ਸਾਡੀ ਰੋਡ ਦੇ ਉੱਤੇ, ਚਮਚਮ ਗੱਡੀਆਂ ਜਿਹੜੀਆਂ ਰੋਡਾਂ ਬਣਾਈਆਂ, ਗੱਡੀ ਇੱਕ ਟੱਪਾ ਵੀ ਨਹੀਂ ਖਾ ਸਕਦੀ। ਉਹਨਾਂ ਨੇ ਵਾਅਦੇ ਕਰਦੇ ਨੇ, ਔਰ ਤੁਸੀਂ ਹੁਣ ਗੱਲ ਕਰਦੇ ਹੋ ਫਲਾਈਓਵਰ ਦੀ। ਫਲਾਈਓਵਰ ਹਲੇ ਸ਼ੁਰੂਆਤ ਆ। ਇਹ ਮੈਂ ਹੁਣ ਮੁੱਦੇ ਕੱਢਣੇ ਆ, ਕਿਉਂਕਿ ਨਾ ਇਹਨਾਂ ਨੂੰ ਐਂ ਲੱਗਦਾ ਸੀਗਾ ਕਿ ਵੀ ਪਤਾ ਨਹੀਂ ਵੀ ਅਸੀਂ ਪਰਮਾਨੈਂਟ ਰਜਿਸਟਰੀ ਕਰਵਾ ਲਈ ਹੈ, ਠੀਕ ਹੈ ਨਾ। ਉਹ ਤਾਂ ਸੀਐਮ ਦੇ ਖਾਬ ਦੇਖਦਾ। ਅੱਜ ਉਹਨਾਂ ਦਾ ਇੱਕ ਸੱਜਣ, ਉਹ ਸਨੀ ਕੈਂਥ, ਉਹ ਕਹਿੰਦਾ ਜੀ ਪਿਛਲੀ ਵਾਰੀ ਜੇਲ੍ਹ ਗਿਆ ਸੀ ਤਾਂ ਐਮਐਲਏ ਬਣ ਗਿਆ ਸੀ, ਐਤਕੀ ਜੇਲ੍ਹ ਜਾਊਗਾ ਤਾਂ ਮੁੱਖ ਮੰਤਰੀ ਬਣ ਜਾਊਗਾ। ਮੈਂ ਉਹਨੂੰ ਦੱਸ ਦਿੰਦਾ, ਐਤਕੀ ਜੇਲ੍ਹ ਜਾਊਗਾ ਤਾਂ ਬਾਹਰ ਨਹੀਂ ਆਊਗਾ, ਐਤਕੀ ਜੇਲ੍ਹ ਜਾਊਗਾ ਤੇ ਬਾਹਰ ਨਹੀਂ ਆਊਗਾ। ਉਹ ਸੀਐਮ ਤਾਂ ਕੀ, ਉਹ ਐਮਸੀ ਵੀ ਨਹੀਂ ਬਣ ਸਕਦਾ, ਠੀਕ ਹੈ ਨਾ। ਦੇਖੋ, ਇਹ ਉਹਨੂੰ ਬੰਦੇ ਨੂੰ ਪੈਰ ਨਹੀਂ ਛੱਡਣੇ ਚਾਹੀਦੇ। ਇਹਨਾਂ ਨੂੰ ਬੰਦਿਆਂ ਨੂੰ ਗਰਾਊਂਡ ਤੇ ਰਹਿ ਕੇ ਕੰਮ, ਹਲੇ ਇਹਨਾਂ ਦੇ ਇਲਾਕੇ 'ਚ ਬਹੁਤ ਗੰਦ ਆ, ਬਹੁਤ ਕੰਮ ਨੇ ਇਹੋ ਜਿਹੇ। ਮੈਂ ਗਣਾਊਂਗਾ ਤੁਹਾਡੇ ਚੈਨਲ ਦੇ ਜ਼ਰੀਏ, ਬਾਕੀ ਚੈਨਲਾਂ ਤੇ ਵੀ ਹੋਰ ਵੀ ਸਾਰਿਆਂ ਨੂੰ ਦੱਸਾਂਗੇ ਵੀ ਇਹਨਾਂ ਦਾ ਰਿਪੋਰਟ ਕਾਰਡ ਆ ਨਾ ਜਿਹੜਾ,
ਉਹ ਕਿਹੋ ਜਿਹਾ ਕਿਵੇਂ ਗੁੰਡਾਗਰਦੀ ਬਦਮਾਸ਼ੀ ਨਾਲ ਨਹੀਂ ਹੁੰਦਾ। ਗਲੀਆਂ ਦੇ ਉਦਘਾਟਨ, ਨਾਲੀਆਂ ਦੇ ਉਦਘਾਟਨ, ਸੜਕਾਂ ਦੇ ਟਾਈਲਾਂ ਦੇ, ਉਹ ਤਾਂ ਕੌਂਸਲਰ ਦੇ ਕੰਮ ਹੁੰਦੇ ਆ ਜੀ। ਤੁਸੀਂ ਦੱਸੋ ਬਿਨਾਂ ਕੌਂਸਲਰ ਦੀ ਮਨਜ਼ੂਰੀ ਤੋਂ ਵਾਰਡ ਦੇ ਵਿੱਚ ਕਿਤੇ ਕੰਮ ਹੋ ਸਕਦਾ? ਮੈਂ ਵੀ 10 ਸਾਲ ਕੌਂਸਲਰ ਰਿਹਾ। ਕੌਂਸਲਰ ਨੇ ਹੀ ਰਿਕੁਆਇਰਮੈਂਟ ਦੇਣੀ ਹੁੰਦੀ ਆ, ਕੌਂਸਲਰ ਦੇ ਕੰਮ ਹੁੰਦੇ ਆ। ਕੁਝ ਕੰਮ ਹੁੰਦੇ ਆ ਜਿਹੜੇ ਜਨਰਲ ਕੋਟੇ ਦੇ ਹੁੰਦੇ ਆ। ਸਾਡੇ ਮੰਤਰੀ ਸਾਹਿਬ ਜਿਹੜੇ ਨੇ ਭਰਭੂਸ਼ਣ ਆਸ਼ੂ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਡਿਵੈਲਪਮੈਂਟ ਜਿਹੜੀ ਹੋ ਚੁੱਕੀ ਹੋਈ ਹੈ। ਫਿਰੋਜ਼ਪੁਰ ਰੋਡ ਦੀ ਗੱਲ ਕੀਤੀ, ਉਹ ਤਾਂ ਤੁਸੀਂ ਵੀ ਦੇਖਦੇ ਹੋ ਕਿ ਚਮਚਮ ਜਿਹੜਾ ਹੋ ਚੁੱਕਾ ਹੋਇਆ ਵਾ। ਡਿਵੈਲਪਮੈਂਟ ਤਾਂ ਹਰ ਕੋਈ ਵਿਧਾਇਕ ਜਾਂ ਮੰਤਰੀ ਜਿਹੜੇ ਕਹਿੰਦੇ ਨੇ, ਲੇਕਿਨ ਤੁਹਾਨੂੰ ਕਲੀਅਰ ਕਰਦੇ ਹਾਂ, ਸਤਿਕਾਰਯੋਗ ਮੰਤਰੀ ਸਾਹਿਬ ਨੂੰ ਵੀ ਉਹਨਾਂ ਨੂੰ ਪੂਰਾ ਗਿਆਨ। ਉਹ ਸਿਰਫ ਜਿਹੜੇ ਲੋਕਾਂ 'ਚ ਭਰਮ ਹੈ ਨਾ, ਉਹ ਮੈਂ ਦੱਸ ਦਿੰਦਾ। ਫਿਰੋਜ਼ਪੁਰ ਰੋਡ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ, ਠੀਕ ਹੈ ਜੀ, ਜਿਹੜਾ ਫਿਰੋਜ਼ਪੁਰ ਰੋਡ ਬਣ ਰਹੀ ਹੈ। ਜਿਹੜੀਆਂ ਗ੍ਰੀਨ ਬੈਲਟਸ ਬਣਾਈਆਂ ਨੇ ਇਹਨਾਂ ਨੇ, ਤੇ ਜਿਹੜਾ ਆ ਅੰਡਰਪਾਸ ਬਣ ਰਿਹਾ ਪੱਖਵਾ ਰੋਡ ਤੇ, ਸਮਾਰਟ ਸਿਟੀ ਦਾ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ। ਪੰਜਾਬ ਗਵਰਨਮੈਂਟ ਦਾ ਇੱਕ ਸਿੰਗਲ ਪੈਨੀ ਵੀ ਨਹੀਂ ਆ ਉਹਦੇ 'ਚ। ਜਿਵੇਂ ਕਿਹਾ ਜਾਂਦਾ ਹੈ ਕਿ ਪ੍ਰੋਜੈਕਟ ਨੂੰ ਜਿਹੜਾ ਅੱਗੇ ਪੂਰੀ ਤਰ੍ਹਾਂ ਅੱਗੇ ਚੜਾਉਣ ਵਾਸਤੇ ਆਸ਼ੂ ਮੰਤਰੀ ਸਾਹਿਬ ਦਾ ਵੀ ਬਹੁਤ ਵੱਡਾ ਰੋਲ ਹੈ। ਬਿਲਕੁਲ ਪਾਸ ਹੋ ਗਿਆ ਸੀ ਆਪਣੀ ਗਵਰਨਮੈਂਟ ਵੇਲੇ, ਟੈਂਡਰ ਲੱਗਣੇ ਸੀਗੇ, ਕੰਮ ਪਾਸ ਹੋ ਗਿਆ ਸੀ, ਪੈਸਾ ਆ ਗਿਆ ਸੀਗਾ। ਸਮਾਰਟ ਸਿਟੀ 'ਚ ਲੁਧਿਆਣਾ ਅਕਾਲੀ ਗਵਰਨਮੈਂਟ ਵੇਲੇ ਹੀ ਆਇਆ ਸੀਗਾ। ਉਦੋਂ ਇਹ ਕਹਿੰਦੇ ਸੀਗੇ ਵੀ ਵੱਡੇ ਮੰਗੇਰੀ ਲਾਲ ਦੇ ਹਸੀਨ ਸੁਪਨੇ। ਇੱਕ ਕਾਉਂਸਲਰ ਨਾ ਉਹ ਹਾਊਸ 'ਚੋਂ ਵਾਕਆਊਟ ਕਰ ਗਿਆ ਸੀ ਕਾਂਗਰਸ ਦਾ। ਉੱਚੀ ਉਹਨੇ ਰੌਲਾ ਪਾਇਆ ਸੀ, ਕਹਿੰਦਾ ਮੰਗੇਰੀ ਲਾਲ ਕੇ ਹਸੀਨ ਸੁਪਨੇ, ਕਹਿੰਦੇ ਇਹਨਾਂ ਤੋਂ ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਗੱਲਾਂ ਕਰਦੇ ਨੇ ਵੀ ਸਮਾਰਟ ਸਿਟੀ ਦੇ ਇੰਨੇ ਕਰੋੜ ਆ ਜਾਊਗਾ, ਇੰਨੇ 100 ਕਰੋੜ ਆ ਜਾਊਗਾ। ਉਦੋਂ ਮੰਗੇਰੀ ਲਾਲ ਦੇ ਹਸੀਨ ਸੁਪਨੇ ਦੱਸਦੇ। ਅੱਜ ਉਹ ਹਸੀਨ ਸੁਪਨੇ ਆ ਜਿਹੜੇ ਉਹ ਸੱਚ ਹੋ ਰਹੇ ਆ। ਉਹ ਸੈਂਟਰ ਗਵਰਨਮੈਂਟ ਦਾ ਪੈਸੇ ਦੇ ਨਾਲ ਪ੍ਰੋਜੈਕਟਾਂ ਨੂੰ, ਉਹਨਾਂ ਨੂੰ ਇਹ ਜਿਵੇਂ ਕਹਿ ਲਓ ਵੀ ਉਹਨੇ ਚੀਜ਼ਾਂ ਨੂੰ ਨਾ ਹਾਈਲਾਈਟ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ। ਪਰ ਮੈਂ ਦਾਅਵੇ ਨਾਲ ਕਹਿਣਾ, ਇੱਕ ਵੀ ਪ੍ਰੋਜੈਕਟ ਆ ਜਿਹੜਾ, ਇੱਕ ਪ੍ਰੋਜੈਕਟ, ਸਿੰਗਲ ਪ੍ਰੋਜੈਕਟ ਜਿਹੜਾ ਕਿ ਪੰਜਾਬ ਗਵਰਨਮੈਂਟ ਨੇ ਉਹ ਇੱਥੇ ਲਿਆਂਦਾ ਹੋਵੇ ਲੁਧਿਆਣੇ ਸ਼ਹਿਰ 'ਚ, ਤੁਸੀਂ ਮੈਨੂੰ ਦੱਸ ਦਿਓ। ਤੁਸੀਂ ਗਿਣਾ ਦਿਓ, ਤੁਸੀਂ ਮੇਰੇ ਨਾਲ ਵੱਧ ਸ਼ਹਿਰ 'ਚ ਘੁੰਮਦੇ ਹੋ, ਥਾਂ ਜਾਂਦੇ ਹੋ। ਆਹ ਸਟੇਡੀਅਮ ਬਣਾਇਆ ਸੀ 80 ਕਰੋੜ ਰੁਪਏ ਲਾ ਕੇ ਸੁਖਬੀਰ ਬਾਦਲ ਜੀ ਨੇ। ਉਹ ਜਿਹੜਾ ਸਟੇਡੀਅਮ ਆ, ਉਹਦਾ ਹਲੇ ਤੱਕ ਮੀਟਰ ਨਹੀਂ ਅਪਲਾਈ ਹੋਇਆ, ਜਨਰੇਟਰ ਤੇ ਆ, ਉਹ ਲੀਜ਼ ਤੇ ਨਹੀਂ ਦਿੱਤਾ ਕਿਸੇ ਨੂੰ ਵੀ ਉਹ ਤੋਂ ਆਮਦਨੀ ਆਉਣੀ ਸ਼ੁਰੂ ਹੋ ਜਾਵੇ। ਉੱਥੇ ਇਵੈਂਟ ਹੀ ਹੋਣ ਲੱਗ ਜਾਣ, ਉੱਥੇ ਸਪੋਰਟਸ ਹੋਣ, ਉੱਥੇ ਕੋਈ ਨਾ ਕੋਈ, ਉੱਥੇ ਸਿੰਗਰਾਂ ਦੀਆਂ, ਸਟਾਰਸ ਦੀਆਂ 2-4 ਨਾਈਟਾਂ ਕਰਾਤੀਆਂ, ਜਾਂ ਇੱਕ ਅੱਧਾ ਕੋਈ ਕਿਸੇ ਨੂੰ ਹੋਰ ਦੇਤਾ ਇਵੈਂਟ ਵਾਸਤੇ, ਤਾਂ ਉਹਦੇ ਨਾਲ ਘਰ ਪੂਰਾ ਹੋ ਗਿਆ। 50 ਕਰੋੜ ਰੁਪਈਆ ਨਾਲਾ ਸਾਫ਼ ਕਰਨ ਵਾਸਤੇ ਆਇਆ ਵਾ। ਤੁਹਾਨੂੰ ਪੰਜਾਬ ਸਰਕਾਰ ਦਾ ਇੱਕ ਪ੍ਰੋਜੈਕਟ ਦੱਸ ਦੇਵਾਂ, ਨਾਲੇ 'ਚ ਮੱਛੀਆਂ ਵੀ ਤੈਰਨੀਆਂ ਤੇ ਵੋਟਾਂ ਵੀ ਚੱਲਣੀਆਂ ਨੇ। ਮੇਰੀ ਗੱਲ ਸੁਣੋ, ਮੱਛੀਆਂ ਤਾਂ ਬਾਅਦ ਦੀ ਗੱਲ ਆ, ਬੁੱਢੇ ਨਾਲੇ ਦੀਆਂ। ਉਹ ਸਿੱਧਵਾਂ ਨਹਿਰ ਨੂੰ ਸਾਫ਼ ਕਰ ਲੈ। ਏਡਾ ਗੰਦ ਆ, ਇਹ ਡਰਦੇ ਮਾਰੇ ਨਾ ਪਾਣੀ ਦੀ ਬੰਦੀ ਨਹੀਂ ਕਰਦੇ। ਮਜਬੂਰੀ 'ਚ ਪਾਣੀ ਦੀ ਬੰਦੀ ਕਰਨੀ ਪਈ, ਪਿੱਛੇ ਪੁਲ ਬਣਦਾ ਸੀ, ਉਹਦੇ ਕਰਕੇ ਪਾਣੀ ਦੀ ਬੰਦੀ ਕਰਨੀ ਪਈ। ਉਹਦੇ ਹਾਲਾਤ ਪਤਾ ਕੀ ਆ, ਦੁਬਾਰਾ ਦੂਜਾ ਬੁੱਢਾ ਨਾਲਾ ਬਣ ਜਾ ਰਿਹਾ। 1 ਰੁਪਈਏ ਦਾ ਕੰਮ ਨਹੀਂ ਹੋਇਆ, ਜਦ ਕਿ ਥੱਲੋਂ ਸਾਰੀ ਨਹਿਰ ਪੱਕੀ ਆ। ਇੱਕ ਐਪਲੀਕੇਸ਼ਨ ਦੇ ਨਾਲ ਨਾ, ਇੱਕ ਐਪਲੀਕੇਸ਼ਨ ਇਰੀਗੇਸ਼ਨ ਤੋਂ ਜਿਹੜਾ ਉਹਨਾਂ ਪੋਰਸ਼ਨ ਜਿਹੜਾ ਸ਼ਹਿਰ ਦੇ ਲੰਘਦਾ, ਇੱਕ ਐਪਲੀਕੇਸ਼ਨ ਦੇ ਕੇ ਕਾਰਪੋਰੇਸ਼ਨ ਉਹਨੂੰ ਹੈਂਡਓਵਰ ਕਰਨ ਦੀ ਹਿੰਮਤ ਨਹੀਂ ਰੱਖਦੀ ਵੀ ਅਸੀਂ ਟੇਕ ਓਵਰ ਕਰ ਲਈਏ, ਉਹ ਸਾਨੂੰ ਹੈਂਡਓਵਰ ਕਰ ਦੇਣ। ਇੰਨੀ ਹਿੰਮਤ ਨਹੀਂ ਹੈ ਨਗਰ ਨਿਗਮ ਦੀ, ਲੁਧਿਆਣੇ ਦੇ ਮੇਅਰ ਸਾਹਿਬ ਦੀ ਤੇ MLA ਤੇ ਸਰਕਾਰ ਦੀ, ਕਿ ਅਸੀਂ ਉਹਨਾਂ ਪੋਰਸ਼ਨ ਕਾਰਪੋਰੇਸ਼ਨ ਨੂੰ ਲੈ ਲਈਏ ਤੇ ਉਹਨੂੰ ਐਜ਼ ਏ ਟੂਰਿਸਟ, ਐਜ਼ ਏ ਅਸੀਂ ਉਹਨੂੰ ਚੰਗੇ ਕੰਮ ਵਾਸਤੇ, ਜਾਂ ਉਹਨੂੰ ਅਸੀਂ ਸੋਹਣਾ ਬਣਾ ਲਈਏ, ਵਧੀਆ ਬਣਾ ਲਈਏ, ਜਾਂ ਉਹਨੂੰ ਥੱਲੋਂ ਉਹਦੀ ਸਫਾਈ ਕਰਾ ਲਈਏ। ਧਾਲੀਵਾਲ ਸਾਹਿਬ, ਪ੍ਰੋਜੈਕਟ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਗਿੱਲ ਰੋਡ ਵਾਲਾ ਜਿਹੜਾ ਪ੍ਰੋਜੈਕਟ ਜਿਹੜਾ ਹੈਗਾ ਪਿੰਡ ਦਾ, ਇਹ ਪ੍ਰੋਜੈਕਟ ਦੇ ਪਿੱਛੇ ਤੁਸੀਂ ਲਾਈਵ ਵੀ ਹੋਏ ਸੀਗੇ। ਸਵਾਲ ਇੱਕੋ ਆ ਜਾਂਦਾ ਘੁੰਮ ਕੇ, ਧਾਲੀਵਾਲ ਸਾਹਿਬ, ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਂਦੀ ਹੈ ਜਾਂ ਇੱਥੇ ਦਾ ਕੋਈ ਵਿਧਾਇਕ ਜਿਹੜਾ ਆਂਦਾ ਵਾ, ਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਉਦੋਂ ਚੜਾਇਆ ਜਾਊਗਾ ਕਿ ਜਾਂ ਇਸ ਟਾਈਮ ਤਮਾਮ ਲੋਕਾਂ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਬਣਾਉਣ ਵਾਸਤੇ ਕੁਝ ਕੀਤਾ ਜਾਊਗਾ, ਜਾਂ ਹਾਈ ਕਮਾਨ ਤੱਕ ਗੱਲ ਲੈ ਕੇ ਜਾਈ ਜਾਊਗੀ? ਮੈਂ ਰੌਲਾ ਪਾਊਂਗਾ ਉਹਨਾਂ 'ਚ ਜਗਰਾਉਂ ਪੁਲ, ਕੋਈ ਮੰਨੇ ਚਾਹੇ ਨਾ ਮੰਨੇ, ਮੈਨੂੰ ਕੋਈ ਕ੍ਰੈਡਿਟ ਵਾਰ ਦੇ ਵਿੱਚ ਮੈਂ ਪੈਂਦਾ ਨਹੀਂ ਹੁੰਦਾ। ਮੈਂ ਛੋਟੀ ਹਲਕੀ ਰਾਜਨੀਤੀ ਮੈਂ ਕਰਦਾ ਨਹੀਂ, ਮੈਂ ਤਾਂ ਕੰਮਾਂ ਨਾਲ, ਡਿਵੈਲਪਮੈਂਟ ਨਾਲ ਜੁੜਿਆ ਹੋਇਆ ਬੰਦਾ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਸਭ ਤੋਂ ਪਹਿਲਾਂ ਗੁਰਪਾਲ ਗਰੇਵਾਲ ਤੇ ਤਨਵੀਰ ਢਾਲੀਵਾਲ ਨੇ ਜਾ ਕੇ, ਅਸੀਂ ਸਭ ਤੋਂ ਪਹਿਲਾਂ ਫੱਟੀਆਂ ਫੜ ਕੇ ਟੁੱਟੇ ਹੋਏ ਪੁਲ ਨੂੰ, ਜਿਹਨੂੰ ਕਿ ਉਹਨਾਂ ਨੇ ਅਨਸੇਫ ਡਿਕਲੇਅਰ ਕੀਤਾ ਹੋਇਆ ਸੀ, ਉਹਦੀ ਆਵਾਜ਼ ਸਭ ਤੋਂ ਪਹਿਲਾਂ ਅਸੀਂ ਕੱਢੀ। ਫਿਰ ਅਸੀਂ ਉਹ ਥੱਲੋਂ ਚੂਹਿਆਂ ਨੇ ਖੋਖਲਾ ਕੀਤਾ ਸੀ, ਮੇਅਰ ਸਾਹਿਬ ਨੂੰ ਦਿਖਾਇਆ, ਇੱਕ ਟੁੱਟ ਕੇ ਖਲੇਪੜ ਥੱਲੇ ਡਿੱਪਿਆ ਸੀ। ਉਸ ਤੋਂ ਬਾਅਦ ਪੁਲ ਬੰਦ ਕੀਤਾ, ਫਿਰ ਉਹਦੇ ਸਾਰਾ ਉਹਦੇ ਹੋਇਆ, ਚਿੱਠੀ ਪੱਤਰ ਹੋਇਆ। ਉਸ ਤੋਂ ਬਾਅਦ ਉਹਦਾ ਫੰਡ ਰਿਲੀਜ਼ ਕੀਤਾ। ਉਹ ਸਾਰਾ ਮੇਰੇ ਇਲਾਕੇ 'ਚ ਨਹੀਂ ਸੀ ਪੈਂਦਾ, ਮੈਂ ਇੱਧਰਲਾ ਕਾਉਂਸਲਰ ਸੀ, ਪਰ ਅਸੀਂ ਜੋ ਸ਼ਹਿਰ ਦੇ ਵਿੱਚ ਹੋਣ ਵਾਲਾ, ਸਾਡੀ ਹਿੰਮਤ ਨਾਲ, ਸਾਡੀ ਐਫਰਟ ਦੇ ਨਾਲ ਜੇ ਕੋਈ ਚੀਜ਼ ਹੋ ਸਕਦੀ ਹੈ ਤਾਂ ਕਰਨੀ ਚਾਹੀਦੀ ਹੈ। ਇਹਦੀ ਮੈਂ ਆਵਾਜ਼ ਚੱਕੂੰਗਾ, ਰੌਲਾ ਪਾਊਂਗਾ, ਇਹਨੂੰ ਚਲਾਵਾਂਗੇ, ਇਹ ਬਣੂਗਾ, ਜ਼ਰੂਰ ਬਣੂਗਾ। ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੈ, ਠੀਕ ਹੈ। ਸਾਡਾ ਬਹੁਤ ਵਧੀਆ ਅਲਾਇੰਸ ਹੋਇਆ BSP ਦੇ ਨਾਲ, ਸਾਨੂੰ ਬੜਾ ਵੱਡਾ ਬੈਨੀਫਿਟ ਮਿਲਣਾ। BJP ਤਾਂ ਸਿਰਫ ਸ਼ਹਿਰਾਂ ਵਿੱਚ ਬੈਨੀਫਿਟ ਦਿੰਦੀ ਸੀ, 2-2, 4-4 ਹਜ਼ਾਰ, 5-5 ਹਜ਼ਾਰ ਵੋਟ ਸਾਨੂੰ ਸ਼ਹਿਰਾਂ ਦੇ ਵਿੱਚ ਬੈਨੀਫਿਟ ਮਿਲਦਾ ਸੀ ਸੀਟ ਦੇ ਉੱਪਰ।
ਪਰ BSP ਦਾ ਕੇਡਰ ਆ ਜਿਹੜਾ ਪੂਰੇ ਪੰਜਾਬ 'ਚ ਆ। ਹਰ ਸੀਟ ਦੇ ਉੱਤੇ 5000 ਤੋਂ ਲੈ ਕੇ 20 ਤੋਂ 25000 ਵੋਟ ਜਿਹੜੀ ਉਹਨਾਂ ਦੀ ਹਰ ਹਲਕੇ ਸਾਨੂੰ ਬੈਨੀਫਿਟ ਹੋਣਾ ਤੇ ਰਿਜ਼ਲਟ ਆ ਜਿਹੜਾ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਹੋਊ। 1996 ਤੋਂ ਬਾਅਦ ਕੀ ਹੋ ਗਿਆ ਸੀਗਾ ਬਸਪਾ ਦੇ ਨਾਲ, ਕੀ ਹੋ ਗਿਆ ਸੀ ਐਸਾ, ਕਿਹੜੇ ਵਿਚਾਰ ਜਿਹੜੇ ਨੇ ਮਿਲੇ ਨਹੀਂ ਸੀਗੇ? ਜਿਹੜਾ ਉਹ ਪੁਰਾਣੀ ਗੱਲ ਆ, ਉਸ ਸਮੇਂ ਕੀ ਹਾਲਾਤ ਸੀ, ਕੀ ਸਰਕਮਸਟੈਂਸਸ ਸੀ, ਪਾਰਟੀ ਦੇ ਕੀ ਮਾਹੌਲ ਸੀ, ਕਿਹੋ ਜਿਹਾ ਐਟਮੋਸਫੇਅਰ ਸੀ ਉਸ ਵਕਤ ਦੇ ਇੰਡੀਆ ਲੈਵਲ ਦੇ ਜਾਂ ਸੈਂਟਰ ਦੇ ਅਲਾਇੰਸ ਕਿਹੋ ਜਿਹੇ ਸੀ, ਸੈਂਟਰ ਦੀਆਂ ਪਾਰਟੀਆਂ ਕਿਹੋ ਜਿਹੀਆਂ ਸੀ। ਮੇਰੀ ਉਨੀ ਉਮਰ ਨਹੀਂ ਹੈ, ਮੈਂ ਇੰਨਾ ਪੁਰਾਣਾ ਨਹੀਂ ਹੈ, ਠੀਕ ਹੈ। ਮੈਂ ਤਾਂ 2002 ਤੋਂ ਆਪਦਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ। ਉਦੋਂ ਪੁਰਾਣੀ ਤਾਂ ਪੜ੍ਹਨੀ ਪਊਗੀ ਜਾਂ ਕਿਸੇ ਬਜ਼ੁਰਗ ਤੋਂ ਸੁਣਨੀ ਪਊਗੀ ਗੱਲ, ਪਰ ਜਿਹੜੀ ਹੁਣ ਦੇ ਹਾਲਾਤ ਨੇ ਨਾ, ਇਹ ਤੁਹਾਨੂੰ ਬਿਲਕੁਲ ਸੱਚ ਆ। ਖਾਸ ਕਰਕੇ ਬਿਆਸ ਤੋਂ ਪਰਲੇ ਪਾਸੇ ਮਾਝਾ ਦੇ ਦੁਆਬਾ ਜਿਹੜਾ ਉਹਦੇ ਵਿੱਚ BJP BSP ਹੈ ਜਿਹੜੀ, ਉਹ ਸਾਨੂੰ ਬਹੁਤ ਵਧੀਆ ਬੈਨੀਫਿਟ ਦੇਊਗੀ, ਬਹੁਤ ਵਧੀਆ। ਸਾਡੇ ਉਹਨਾਂ ਦਾ ਵਰਕਰ ਬਹੁਤ ਵਧੀਆ, ਉਹ ਮੋਬਿਲਾਈਜ਼ ਹੋ ਗਿਆ। ਇੱਕ ਸੁਖਬੀਰ ਜੀ ਨੇ ਜਿਹੜਾ ਡਿਪਟੀ CM ਉਹਨਾਂ ਨੇ ਕਿਹਾ ਦਲਿਤ ਹੋਊਗਾ, ਉਹ ਵੀ ਬਹੁਤ ਵੱਡੀ ਗੱਲ ਹੈ। BJP ਨੇ ਆਹ ਕਹਿਤਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਲਿਤ ਹੀ ਹੋਊਗਾ ਪੰਜਾਬ ਦੇ ਵਿੱਚ। ਮੇਰੀ ਗੱਲ ਫੇਸ ਹੋਊਗਾ ਨਾ, ਮੈਂ ਕਹਿੰਦਾ ਜੀ ਹੋਣਾ ਚਾਹੀਦਾ। ਦੇਖੋ ਜੋ ਉਹਨਾਂ ਨੇ ਜੋ ਫੈਸਲਾ ਲਿਆ ਲੈ ਸਕਦੇ ਆ, ਪਰ ਇੱਕ ਫੇਸ ਤਾਂ ਹੁੰਦਾ ਨਾ, ਪਤਾ ਤਾਂ ਹੋਵੇ ਵੀ ਆਹ ਬੰਦਾ ਕੰਮ ਕਰਾ ਸਕਦਾ। ਆਮ ਆਦਮੀ ਪਾਰਟੀ ਇਸੇ ਕਰਕੇ ਹਾਰੀ ਸੀ ਕਿ ਉਹਨਾਂ ਕੋਲ ਫੇਸ ਨਹੀਂ। ਅਗਸਤ ਦੇ ਵਿੱਚ ਬਹੁਤ ਵੱਡਾ ਫੇਸ BJP ਲੈ ਕੇ ਆ ਰਹੀ ਪੰਜਾਬ ਦੇ ਵਿੱਚ ਦਲਿਤ। ਦੇਖੋ ਜੀ ਮੇਰੀ ਗੱਲ ਸੁਣੋ, ਉਹਨਾਂ ਦੇ ਪਹਿਲਾਂ ਜਿਹੜੇ ਦਲਿਤ ਮੰਤਰੀ ਰਹੇ ਨੇ, ਉਹਨਾਂ ਦੇ ਸਾਪਲਾ ਸਾਹਿਬ ਨੇ ਚਾਹੇ ਹੋਰ ਆ, ਉਹਨਾਂ ਨੇ ਪੰਜਾਬ ਲਈ ਕਿੰਨਾ ਕੁ ਕੰਮ ਕਰ ਲਿਆ। ਫੁੱਲ ਫਲੈਜ ਪਾਵਰ ਸੀਗੀਆਂ ਉਹਨਾਂ ਕੋਲੇ, ਫੁੱਲ ਫਲੈਜ ਉਹਨਾਂ ਨੂੰ ਸਭ ਕੁਝ ਦਿੱਤਾ ਹੋਇਆ ਸੀ। ਉਹਨਾਂ ਨੇ ਪੰਜਾਬ ਲਈ ਕਿਹੜਾ ਪ੍ਰੋਜੈਕਟ ਲਿਆਂਦਾ, ਕਿਹੜਾ? ਜੇ ਅੱਜ BJP ਪੰਜਾਬ ਦੀ ਹਮਦਰਦ ਹੁੰਦੀ, ਪੰਜਾਬ ਦੇ ਨਾਲ ਖੜੀ ਵੀ ਹੁੰਦੀ, ਤਾਂ ਅਕਾਲੀ ਦਲ ਦੇ ਨਾਲੋਂ ਉਹਨਾਂ ਦਾ 40 ਸਾਲ ਪੁਰਾਣਾ ਜਿਹੜਾ ਨਾਤਾ ਸੀ ਉਹ ਟੁੱਟਦਾ ਨਾ। ਹਰਪਾਲ ਗਰੇਵਾਲ ਨੇ ਬਿਆਨ ਦਿੱਤਾ ਜੀ ਬਰਗਾੜੀ ਕਾਂਡ ਦੇ ਉੱਤੇ, ਕਹਿੰਦੇ ਕਿ ਸਾਡੀ ਮੈਜੋਰਿਟੀ ਘੱਟ ਸੀਗੀ, ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਜ਼ਰੂਰ ਸੀਗਾ, ਇਹ ਜੋ ਕੰਮ ਜਿਹੜਾ ਹੋਇਆ ਸੀਗਾ ਬਰਗਾੜੀ ਕਾਂਡ ਦਾ ਬਿਲਕੁਲ ਗਲਤ ਸੀਗਾ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਗਰੇਵਾਲ ਸਾਹਿਬ ਤਾਂ ਬਹੁਤ ਕੁਝ ਕਹਿ ਦਿੰਦੇ ਨੇ। ਉਹਨਾਂ ਦਾ ਤਾਂ ਕਿਸਾਨ ਜਥੇਬੰਦੀਆਂ ਨੇ ਘਰੋਂ ਨਿਕਲਣਾ ਬੰਦ ਕਰਤਾ ਸੀ, ਹੁੱਕਾ ਪਾਣੀ ਬੰਦ ਹੋ ਗਿਆ ਸੀ। ਉਹਨਾਂ ਦੀਆਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਹੈ। ਤੁਸੀਂ ਪੂਰੇ ਪੰਜਾਬ ਦੇ ਵਿੱਚ ਦੇਖ ਲਓ, BJP ਨਹੀਂ ਪੰਜਾਬ ਦਾ ਕਿਤੇ ਕਰਜ਼ਾ ਮਾਫ ਕਰ ਦਿੰਦੇ, ਕੋਈ ਵੱਡਾ ਪ੍ਰੋਜੈਕਟ ਸਾਡੇ ਨੂੰ ਪੰਜਾਬ ਨੂੰ ਦੇ ਦਿੰਦੇ, ਸਗੋਂ ਅਕਾਲੀ ਦਲ ਉਹਨਾਂ ਦੇ ਗੋਗੇ ਗਾਉਂਦਾ ਰਿਹਾ, ਜਿਹਦੇ ਕਰਕੇ ਅਕਾਲੀ ਦਲ ਨੇ ਆਪਣਾ ਨੁਕਸਾਨ ਕੀਤਾ। ਪਰ ਅਕਾਲੀ ਦਲ ਨੇ ਬੜੀ ਵੱਡੀ ਕੁਰਬਾਨੀ ਕੀਤੀ ਹੈ। ਕੋਈ ਪਿੰਡ ਦੀ ਪੈਂਚੀ ਮੈਂਬਰ ਪੰਚਾਇਤ ਤੋਂ, ਮਹੱਲੇ ਦੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦਾ। ਬੀਬਾ ਜੀ ਨੇ ਕੇਂਦਰ ਦੀ ਵਜ਼ਾਰਤ ਤੋਂ ਅਸਤੀਫਾ ਦਿੱਤਾ, ਜਦਕਿ 4 ਸਾਲ ਬਾਕੀ ਸੀ। ਅਸੀਂ ਉਹਨਾਂ ਨੂੰ ਛੱਡ ਕੇ, ਉਹਨਾਂ ਦੇ ਰਾਜ ਭਾਗ ਨੂੰ ਲੱਤ ਮਾਰ ਕੇ ਅਸੀਂ ਆਪਣੇ ਦਮ ਤੇ ਲੋਕਾਂ ਦੇ ਨਾਲ ਖੜੇ ਹਾਂ, ਕਿਸਾਨਾਂ ਨਾਲ ਖੜੇ ਹਾਂ, ਤੇ ਆਪਣਾ ਜਿਹੜਾ ਪੰਜਾਬ ਦੇ ਵਿੱਚ ਵਜੂਦ ਬਣਿਆ ਉਹਨੂੰ ਕਾਇਮ ਰੱਖਿਆ। ਕਾਇਮ ਰੱਖ ਕੇ ਆਉਣ ਵਾਲੇ ਸਮੇਂ 'ਚ 22 ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਸਰਕਾਰ ਬਣੂ। ਧਾਲੀਵਾਲ ਸਾਹਿਬ ਸੂਤਰ ਵੀ ਕਹਿੰਦੇ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਪਦ ਤੋਂ ਇਸ ਕਰਕੇ ਅਸਤੀਫਾ ਦਿੱਤਾ ਸੀਗਾ ਕਿ ਕਿਸਾਨ ਜਿਹੜਾ ਵਿਰੋਧ ਕਰਨ ਲੱਗ ਗਏ ਸੀਗੇ। ਟੇਬਲ ਟਾਕ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਸੀਗੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਿਰੋਧ ਜਿਹੜਾ ਇਸ ਕਰਕੇ ਹੋ ਰਿਹਾ, ਸਾਨੂੰ ਪਾਰਟੀ ਸੁਣੀਆਂ ਸੁਣਾਈਆਂ ਗੱਲਾਂ ਤੇ ਪ੍ਰੈਕਟੀਕਲ ਗੱਲਾਂ ਦੇ ਵਿੱਚ ਤੁਸੀਂ ਬੜੇ ਸੂਝਵਾਨ ਪੱਤਰਕਾਰ ਹੋ, ਬਹੁਤ ਫਰਕ ਆ। ਇਹਨਾਂ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਜੋ ਤੁਸੀਂ ਕਹੋਗੇ, ਜੋ ਕਿਸਾਨਾਂ ਦੇ, ਜੋ ਜਥੇਬੰਦੀਆਂ ਦੇ ਡਾਊਟਸ ਨੇ, ਅਸੀਂ ਦੂਰ ਕਰਾਂਗੇ, ਸਭ ਕੁਝ ਕਰਾਂਗੇ। ਜਦ ਟੇਬਲ ਆਈਟਮ ਕਾਰਪੋਰੇਸ਼ਨ 'ਚ ਵੀ ਆਉਂਦੀ, ਮੈਂ ਤਾਂ ਛੋਟਾ ਜਿਹਾ ਇੱਕ ਵਰਕਰ ਆ ਕਾਰਪੋਰੇਸ਼ਨ, ਅਸੀਂ ਏਜੰਡਾ ਪਹਿਲਾਂ ਬਣਦਾ ਕਾਰਪੋਰੇਸ਼ਨ ਦਾ, ਠੀਕ ਹੈ। ਏਜੰਡੇ ਤੋਂ ਬਾਅਦ ਕੁਝ ਆਈਟਮਾਂ ਟੇਬਲ ਆਈਟਮ ਆ ਜਾਂਦੀਆਂ ਨੇ। ਉਹ ਟੇਬਲ ਆਈਟਮ, ਉਹ ਜਦੋਂ ਬੀਬਾ ਜੀ ਨੇ ਦੇਖਿਆ ਕਿ ਟੇਬਲ ਆਈਟਮ ਆ ਗਈ, ਉਦੋਂ ਬੀਬਾ ਜੀ ਨੇ ਵੀ ਤੇ ਸੁਖਬੀਰ ਜੀ ਨੇ ਦੋਨਾਂ ਨੇ ਵਿਰੋਧ ਕੀਤਾ ਵੀ ਇਹ ਮਤਾ ਆ ਕਿਉਂ ਗਿਆ। ਜਦੋਂ ਜਿੰਨਾ ਚਿਰ ਪਹਿਲਾਂ ਉਹ ਕਹੀ ਗਏ ਵੀ ਕੋਈ ਗੱਲ ਨਹੀਂ, ਦੇਖਦੇ ਆ, ਕਰਦੇ ਆ, ਲਿੰਗਰ ਔਨ ਕਰੀਏ, ਜਾਂ ਇੱਕਦਮ ਟੇਬਲ ਆਈਟਮ ਆ ਗਈ, ਉਹਨਾਂ ਨੇ ਵਿਰੋਧ ਕੀਤਾ। ਉੱਥੋਂ ਪਾਰਟੀ ਕੁਇਟ ਕਰ ਗਈ। ਉਸੇ ਹਾਊਸ ਦੇ ਵਿੱਚ, ਉਸੇ ਥਾਂ ਤੇ, ਉਸੇ ਸਦਨ ਦੇ ਵਿੱਚ ਬੀਬਾ ਜੀ ਨੇ, ਸੁਖਬੀਰ ਜੀ ਨੇ ਸਾਫ਼ ਕਹਿਤਾ ਕਿ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ, ਠੀਕ ਹੈ। ਇਸ ਕਰਕੇ ਗੱਲਾਂ ਕਲੀਅਰ ਨੇ। ਐਵੇਂ ਲੋਕਾਂ ਨੂੰ ਦੁਬਿਧਾ 'ਚ ਪਾ ਕੇ, ਲੋਕਾਂ ਨੂੰ ਉਲਝਾ ਕੇ, ਲੋਕਾਂ ਦੇ ਦਿਮਾਗ ਨੂੰ ਟਵਿਸਟ ਕਰਕੇ ਅਸੀਂ ਗੱਲ ਡਿਵੈਲਪਮੈਂਟ ਦੀ ਕੀਤੀ ਹੈ। ਅੱਜ ਵੀ ਲੋਕ ਯਾਦ ਕਰਦੇ ਆ ਪੰਜਾਬ ਨੂੰ ਸਰਪਲਸ ਬਿਜਲੀ ਬਣਾਇਆ ਸੂਬਾ, ਸਰਪਲਸ ਬਿਜਲੀ ਤੋਂ, ਸੋਲਰ ਦੇ ਵਿੱਚ, ਰੋਡ ਕਨੈਕਟੀਵਿਟੀ, ਇੰਨੇ ਕੰਮ ਕੀਤੇ, ਇੰਨੀ ਜੋ ਕਿਹਾ ਸੀ ਕੀਤਾ, ਹਰ ਸੁਵਿਧਾ ਦਿੱਤੀ, ਹਰ ਜਿਹੜਾ ਵਾਅਦਾ ਕੀਤਾ ਸੀ ਉਹ ਕੀਤਾ। ਕਿਸਾਨਾਂ ਦੀ ਬਿਜਲੀ ਮਾਫ ਕੀਤੀ, ਹਰ ਚੀਜ਼ ਨੂੰ, ਹਰ ਵਰਗ ਨੂੰ ਉਹਨਾਂ ਨੇ ਦੇਖਿਆ, ਹਰ ਧਰਮ ਦਾ ਸਤਿਕਾਰ ਕੀਤਾ, ਚਾਹੇ ਉਹ ਵਾਲਮੀਕ ਤੀਰਥ ਸੀ, ਚਾਹੇ ਕੁਝ ਵੀ ਸੀ। ਸਮਾਂ ਜਾਚ ਨਹੀਂ ਦਿੰਦਾ, ਗੱਲਾਂ ਬਹੁਤ ਨੇ ਕਰਨ ਵਾਲੀਆਂ, ਬਹੁਤ ਕੁਝ ਕੀਤਾ, ਲੇਕਿਨ ਖਜ਼ਾਨਾ ਵੀ ਖਾਲੀ ਕਰਕੇ ਗਈ ਸੀ ਸ਼੍ਰੋਮਣੀ ਅਕਾਲੀ ਦਲ। ਲੇਕਿਨ ਹੱਥ ਖੜੇ ਕਰ ਦਿੰਦੇ ਵੀ ਹੱਥ ਖੜੇ ਆ ਜੀ, ਸਾਡੇ ਖਜ਼ਾਨਾ ਖਾਲੀ ਆ, ਠੀਕ ਹੈ ਨਾ, ਹੱਥ ਖੜੇ ਕਰ ਦਿੰਦੇ, ਅਸੀਂ ਆਪੇ ਚਲਾ ਲੈਂਦੇ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੀ ਨੁਹਾਰ ਬਦਲਣੀ ਹੈ। ਮੈਂ ਤੁਹਾਨੂੰ ਵੀ ਕਹੂੰਗਾ, ਜਿੰਨੇ ਵੀ ਲੋਕ ਮੇਰੀ ਆਵਾਜ਼ ਸੁਣਦੇ ਆ, ਮੇਰੀ ਗੱਲ ਸੁਣਦੇ ਆ, ਉਹ ਇਸ ਗੱਲ ਨੂੰ ਬਿਲਕੁਲ ਬਾਖੂਬ ਸਮਝ ਲੈਣ ਕਿ ਜੇ ਪੰਜਾਬ ਦਾ ਵਿਕਾਸ ਹੋਇਆ ਤੇ ਹੋਊਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਊਗਾ। ਇਸ ਤੋਂ ਬਿਨਾਂ ਪੰਜਾਬ ਦਾ ਵਿਕਾਸ ਨਾ ਹੋਇਆ ਤੇ ਨਾ ਹੋਣਾ।
ਜੀ ਸਾਡੇ ਨਾਲ ਤਨਵੀਰ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਸੀਗੇ, ਜਿਨ੍ਹਾਂ ਨੇ ਕਾਫੀ ਵੱਡੇ ਦਾਅਵੇ ਜਿਹੜੇ ਕੀਤੇ ਨੇ। ਇਹ ਫਲਾਈਓਵਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਆਵਾਜ਼ ਜਿਹੜੀ ਹੈ ਮੈਂ ਇਹਦੇ ਲਈ ਬੁਲੰਦ ਕਰੂੰਗਾ। ਇਹ ਫਲਾਈਓਵਰ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਹੈਗੀ ਆ ਰੋਜ਼ਮर्रा ਦੀ ਜ਼ਿੰਦਗੀ ਨਾਲ ਤਾਲੁਕਾਤ ਰੱਖਦਾ ਵਾ। ਇਹ ਫਲਾਈਓਵਰ ਬੰਦੇ ਦੇ ਨਾਲ ਜਿਹੜਾ ਕਰਨਾਲ ਸਿਧਵਾ ਕਰਨਾਲ ਨਹਿਰ ਦੇ ਉੱਤੇ ਜਿਹੜਾ ਰਸ਼ ਜਿਹੜਾ ਪੈ ਜਾਂਦਾ ਉਹ ਘਟ ਜੂਗਾ, ਲੇਕਿਨ ਸਾਰੀ ਜ਼ਮੀਨਾਂ ਜਿਹੜੀ ਐਕਵਾਇਰ ਕਰ ਲਿੱਤੀਆਂ ਗਈਆਂ। ਆਖਿਰ ਪੈਸਾ ਕਿਉਂ ਬਰਬਾਦ ਕੀਤਾ ਗਿਆ, ਲੋਕਾਂ ਦੇ ਉਹ ਘਰ ਕਿਉਂ ਉਜਾੜੇ ਗਏ? ਆਖਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਜੈਕਟ ਸੀਗਾ। ਤਨਵੀਰ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਜੈਕਟ ਹੋਣ ਕਰਕੇ ਇਹਨੂੰ ਜਿਹੜਾ ਵਾ ਅੱਖਾਂ ਬੰਦ ਕਰ ਲਿੱਤੀਆਂ ਤੇ ਇਹਨੂੰ ਬਲੀ ਦੇ ਦਿੱਤੀ ਗਈ ਆ। ਲੁਧਿਆਣਾ ਤੋਂ ਖਾਣੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।